देखिए चलते चलते मैडम जी हैं जहाँ पर एडवोकेट हैं, एक बार पहले रचना रचना देव हाँ जी ਰਚਨਾ ਦੇਵ ਮੈਨੂੰ ਇੱਥੇ ਰਾਹ 'ਚ ਮਿਲੇ, ਕਹਿੰਦੇ ਮੈਨੂੰ ਤੁਹਾਨੂੰ ਇੱਕ ਰਿਕੁਐਸਟ ਆ। ਮੈਂ ਕਿਹਾ ਕੀ ਗੱਲ ਆ, ਦੱਸ ਤਾ। ਕਹਿੰਦੀ ਮੇਰੀ ਥੋੜੀ ਜਿਹੀ ਗੱਲ ਜਿਹੜੀ ਹੈਗੀ ਹੈ ਤੁਸੀਂ ਸੁਣ ਲਓ, ਸੀਪੀ ਸਾਹਿਬ ਤੱਕ ਪਹੁੰਚਾ ਦਿਓ ਜਾਂ ਕਿਸੇ ਵੀ ਤੱਕ ਪਹੁੰਚੇ ਕਿ ਜਿਹੜਾ ਮੈਨੂੰ ਕੋਈ ਥੋੜਾ ਜਸਟਿਸ। ਮੈਂ ਕਿਸੇ ਦੇ ਖਿਲਾਫ ਤਾਂ ਨਹੀਂ ਬੋਲਾਂਗੀ। ਕਹਿੰਦੀ ਨਹੀਂ, ਮੇਰੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਹੈਗੀ, ਮੇਰੀ ਆਪਣੀ ਪਰਸਨਲ ਪ੍ਰੋਬਲਮ ਆ ਵੀ ਮੈਂ ਵਕੀਲ ਆ, ਮੇਰਾ ਵੀ ਵੋਟਰ ਲਿਸਟ 'ਚ ਨਾ ਪੈ ਜਾਵੇ। ਪੈ ਗਿਆ ਮੇਰਾ ਨਾਮ, ਪੈ ਗਿਆ, ਵੀ ਕੱਟ ਗਈ ਹੈ, ਰਸੀਦ ਵੀ ਕੱਟ ਗਈ ਹੈ। ਤੇ ਹੁਣ ਤਕਲੀਫ ਕੀ ਹੈ ਤੁਹਾਨੂੰ ਰਚਨਾ ਜੀ? ਸਰ ਪ੍ਰੋਬਲਮ ਇਹ ਹੈ ਸਰ, ਮੈਂ ਇੱਕ ਚੈਂਬਰ ਲਿਆ ਸੀ ਸਾਲ 2021 ਦੇ ਵਿੱਚ। ਅੱਛਾ। ਚੈਂਬਰ ਦੇ ਸਾਰੇ ਕਾਗਜ਼ ਸਰ ਮੇਰੇ ਨਾਮ ਤੇ ਟ੍ਰਾਂਸਫਰ ਕਰਤੇ ਸੀ, ਸ਼ਸ਼ੀ ਸਾਨੀ ਮੈਡਮ ਤੋਂ ਲੈ ਲਏ। ਉਸ ਤੋਂ ਬਾਅਦ ਸਰ ਚੈਂਬਰ ਲੈਣ ਤੋਂ ਬਾਅਦ ਜਦੋਂ ਮੈਂ ਚੈਂਬਰ ਨੂੰ ਟ੍ਰਾਂਸਫਰ ਕਰਨ ਦੇ ਲਈ ਗਈ ਹਾਂ ਪ੍ਰਧਾਨ ਜੀ ਕੋ, ਗੁਰਕਿਰਪਾਲ ਸਿੰਘ ਗਿੱਲ ਕੋ, ਉਹਨਾਂ ਨੇ ਇੱਕ ਮੇਰੇ ਤੇ FIR ਰਜਿਸਟਰਡ ਕਰਾਤੀ ਸੀ ਕਿ ਮੈਂ ਲੁਧਿਆਣੇ ਬਾਰ ਦੀ ਮੈਂਬਰ ਨਹੀਂ ਹੈਗੀ। ਹਾਂ ਠੀਕ ਹੈ ਜੀ, ਲੁਧਿਆਣੇ ਬਾਰ ਦੀ ਕਹਿੰਦੇ ਮੈਂਬਰ ਨਹੀਂ ਆ। ਇਹਨਾਂ ਨੇ ਉਸ ਚੀਜ਼ ਨੂੰ ਪ੍ਰੂਵ ਕਰਨ ਦੇ ਲਈ ਇੱਕ ਫਰਦਰ ਪੇਸ਼ਗੀ ਦੇ ਵਿੱਚ ਵੋਟਰ ਲਿਸਟ ਜਾਲੀ ਦਿੱਤੀ ਸੀ, ਜਿਹਦੇ 'ਚ ਮੇਰਾ ਨਾਮ ਕੱਟ ਕੇ ਕਿਸੇ ਮੁੰਡੇ ਦਾ ਨਾਮ ਪਾ ਕੇ ਵੋਟਰ ਲਿਸਟਾਂ ਟੈਂਪਰ ਕਰਕੇ ਪੁਲਿਸ ਨੂੰ ਦੇ ਦਿੱਤੀਆਂ। ਜਿਹਦੇ ਮੁਤਲਕ ਸਰ ਮੇਰੀ 31/8/2022 ਦੀ ਪੁਲਿਸ ਕੋ, ਮੈਂ ਡਾਇਰੈक्टर ब्यूरो इन्वेस्टिगेशन सर चंडीगढ़ को गई सी। उन्होंने एक एप्लीकेशन मार्क करती है पुलिस कमिश्नर साहब ਨੂੰ, और मैं सर घट तो घट सर 200 ਵਾਰੀ ਸਰ ਜਾਈ ਹਾਂ ਥਾਣਿਆਂ ਦੇ ਵਿੱਚ। ਉਹ ਕੰਪਲੇਂਟ 'ਚ ਸਰ 2 ਵੋਟਰ ਲਿਸਟਾਂ ਆ ਗਈਆਂ, ਇੱਕ ਅਸਲੀ ਆ ਗਈ ਤੇ ਇੱਕ ਨਕਲੀ ਆ ਗਈ ਹੈ। ਔਰ ਸਰ ਮੇਰੀ ਫੋਟੋਗ੍ਰਾਫਸ ਵੀ ਹੈ, ਪੈਨ ਡਰਾਈਵਸ ਵੀ ਹੈ, ਮੇਰੀਆਂ ਵੋਟਾਂ ਪਾਉਣ ਦੀ ਸਾਰਾ ਸਰ ਸਬੂਤ ਵਿੱਚ ਆ ਗਿਆ। ਔਰ ਬਾਹਰ ਦੀ ਮੈਂਬਰ, ਔਰ ਲੇਟੈਸਟ ਮੇਰੀ ਜਿਹੜੀ ਹੈ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਮੇਰੀ ਮੈਂਬਰਸ਼ਿਪ ਦੀ ਫੀਸ ਵੀ ਜਮ੍ਹਾਂ ਹੋ ਗਈ, ਜੋ ਸਾਬਿਤ ਕਰਦੀ ਸੀ ਕਿ ਮੈਂ ਬਾਹਰ ਦੀ ਮੈਂਬਰ ਹਾਂ। ਸਰ ਜਿਹੜੀ ਇਹਨਾਂ ਨੇ ਫਿਰ ਟੈਂਪਰਿੰਗ ਕੀਤੀ ਹੈ ਉਹਦੇ ਮੁਤਲਕ ਮੈਂ ਇੱਕ ਕੰਪਲੇਂਟ ਗੁਰਕਿਰਪਾਲ ਸਿੰਘ ਜੀ ਦੇ ਬਰਖਲਾਫ, ਪ੍ਰਧਾਨ ਐਕਸ ਪ੍ਰੈਜ਼ੀਡੈਂਟ ਦੇ ਬਰਖਲਾਫ, ਮੈਂ CP ਸਾਹਿਬ ਨੂੰ, ਡਾਇਰੈक्टर ਬਿਊਰੋ ਇਨਵੈਸਟੀਗੇਸ਼ਨ ਸਾਹਿਬ ਨੂੰ ਦਿੱਤੀ ਸੀ। ਉਹਨਾਂ ਨੇ CP ਸਾਹਿਬ ਨੂੰ ਮਾਰਕ ਕੀਤੀ ਹੈ। तो सर मैंने 6 महीने तो सर ज़्यादा हो गया है सर, मेरी कोई सुनवाई नहीं हो रही। और मेरी हाथ जोड़ के मनदीप सिद्धू सर ਨੂੰ रिक्वेस्ट है कि ਇਹਦੇ ਮੁਤਲਕ ਮੈਂ ਹਾਈ ਕੋਰਟ 'ਚ ਵੀ ਡਾਇਰੈਕਸ਼ਨ ਲਗਾਈ ਹੈ। ਜਿਹੜੇ ਪ੍ਰਧਾਨ ਸੀ, ਜਿਹੜੇ ਐਕਸ ਪ੍ਰੈਜ਼ੀਡੈਂਟ ਸੀਗੇ, ਉਹਨਾਂ ਦੇ ਖਿਲਾਫ ਤੁਸੀਂ ਦਿੱਤੀ ਹੋਈ ਹੈ ਜਿਹੜੀ ਐਪਲੀਕੇਸ਼ਨ? ਉਹਨਾਂ ਦੇ ਖਿਲਾਫ ਦਿੱਤੀ ਹੋਈ ਹੈ। ਸਾਰੇ ਸਬੂਤ ਦਿੱਤੇ। ਕੀ ਸਜ਼ਾ ਕਰਵਾਉਣਾ ਚਾਹੁੰਦੇ ਹੋ ਜਾਂ ਉਹਨਾਂ ਨੂੰ ਕੁਝ ਕੀ ਕਰਨਾ ਚਾਹੁੰਦੇ ਹੋ? ਉਹਨਾਂ ਬਾਰੇ ਕੀ ਚਾਹੁੰਦੇ ਹੋ? ਉਹਦੇ ਵਿੱਚ ਮੈਂ ਤੁਹਾਨੂੰ ਦੱਸਦੀ ਹਾਂ ਸਰ, ਉਹਦੇ ਵਿੱਚ ਉਹਨਾਂ ਨੇ ਰਿਕਾਰਡ ਦੇ ਨਾਲ ਟੈਂਪਰਿੰਗ ਕੀਤੀ ਹੈ। ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਅਪਰੂਵ ਕੀਤੀਆਂ ਹੋਈਆਂ ਵੋਟਰ ਲਿਸਟਾਂ ਨੂੰ ਇਸ ਲਈ ਟੈਂਪਰ ਕੀਤਾ ਤਾਂ ਕਿ ਮੈਨੂੰ ਤੁਹਾਡੇ ਨਾਲ ਰੰਜਿਸ਼ ਸੀਗੀ? ਰੰਜਿਸ਼ ਇਹ ਹੈ ਕਿ ਸਰ ਮੈਂ ਉਹਨਾਂ ਦੇ ਸਾਹਮਣੇ ਚੈਂਬਰ ਲੈ ਲਿਆ ਸੀ, ਉਹ ਇਸ ਚੈਂਬਰ ਨੂੰ ਨਹੀਂ ਮੈਨੂੰ ਅੱਗੇ ਟ੍ਰਾਂਸਫਰ ਕਰਨਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਉਸ ਰੰਜਿਸ਼ ਦੇ ਕਾਰਨ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਵੋਟਰ ਲਿਸਟਾਂ ਹੀ ਟੈਂਪਰ ਕਰਤੀਆਂ ਤਾਂ ਕਿ ਉਹ ਇਹ ਸਾਬਿਤ ਕਰ ਸਕਣ ਕਿ ਮੈਂ ਬਾਹਰ ਦੀ ਮੈਂਬਰ ਨਹੀਂ ਹਾਂ ਔਰ ਚੈਂਬਰ ਮੇਰੇ ਨਾਮ ਟ੍ਰਾਂਸਫਰ ਨਾ ਹੋ ਸਕੇ। ਪ੍ਰਧਾਨ ਇਕੱਲਾ ਕਰ ਸਕਦਾ ਜਾਂ ਥੱਲੇ ਦਾ ਸਟਾਫ ਵੀ ਜਿਹੜਾ ਸਾਰਾ ਹੁੰਦਾ ਹੈਗਾ ਉਹ ਵੀ ਨਾਲ ਮਿਲਿਆ ਹੋਇਆ ਵਾ? ਸਰ ਇਹ ਤਾਂ ਫਿਰ ਸਰ ਪੁਲਿਸ ਵੈਰੀਫਾਈ ਕਰੇਗੀ ਕਿ ਕਿਹੜੇ ਕਿਹੜੇ ਬੰਦਿਆਂ ਨੇ ਮਿਲ ਕੇ ਇਹ ਵੋਟਰ ਲਿਸਟ ਨਾਲ ਟੈਂਪਰਿੰਗ ਕੀਤੀ ਹੈ। ਜਿਹੜੇ ਪੈਸੇ ਜਮ੍ਹਾਂ ਕਰਦੇ ਨੇ, ਵੋਟਰ ਲਿਸਟ ਬਣਾਉਂਦੇ ਨੇ, ਉਹ ਤਾਂ ਥੱਲੇ ਦੇ ਥੱਲੇ ਹੇਠਲੇ ਮੁਲਾਜ਼ਮ ਹੁੰਦੇ ਨੇ ਨਾ। ਪੈਸੇ ਜਮ੍ਹਾਂ ਉਹ ਬੰਦੇ ਕਰਦੇ ਆ ਜਦੋਂ ਤੁਸੀਂ ਬਾਹਰ ਦੇ ਮੈਂਬਰ ਹੁੰਦੇ ਆ, ਪੈਸੇ ਜਮ੍ਹਾਂ ਹੋ ਜਾਂਦੇ, ਰਸੀਦ ਆ ਜਾਂਦੀ, ਜਿਹਦੀ ਰਸੀਦ ਆ ਜਾਂਦੀ ਹੈ ਉਸ ਤੋਂ ਬਾਅਦ ਵੋਟਰ ਲਿਸਟ ਬਣ ਜਾਂਦੀ ਹੈ। ਵੋਟਰ ਲਿਸਟ ਸੈਕਟਰੀ ਸਾਹਿਬ ਬਣਾਉਂਦੇ ਆ ਔਰ ਆਲਰੇਡੀ ਸਰ ਵੋਟਰ ਲਿਸਟ ਜਿਹੜੀ ਬਣ ਚੁੱਕੀ ਸੀ ਔਰ ਬਣਨ ਤੋਂ ਬਾਅਦ ਸਰ ਮੈਂ ਵੋਟਾਂ ਵੀ ਪਾਤੀਆਂ। ਵੋਟਾਂ ਪਾਉਣ ਤੋਂ ਬਾਅਦ ਜਿਹੜੀ ਉਸ ਤੋਂ ਬਾਅਦ ਫਰਦ ਪੇਸ਼ਗੀ 'ਚ ਗਿੱਲ ਸਾਹਿਬ ਨੇ ਦਿੱਤੀ ਹੈ ਆਪਣੇ 1 ਸਾਲ ਪਹਿਲਾਂ 2020 ਵਾਲੀ ਵੋਟਰ ਲਿਸਟ। ਅੱਛਾ, ਤੁਸੀਂ ਮੈਨੂੰ ਇਹ ਦੱਸੋ, ਤੁਹਾਨੂੰ ਜਿਹੜਾ ਆਪਣਾ ਚੈਂਬਰ ਦੇ ਲਈ ਜਦੋਜਹਿਦ ਕਰ ਰਹੇ ਹੋ ਜਾਂ ਤੁਸੀਂ ਉਹਨੂੰ ਟੈਂਪਰਿੰਗ ਕਰਨ ਦੇ ਲਈ ਕੋਈ ਸਜ਼ਾ ਦਿਲਵਾਉਣ ਲਈ ਕਰ ਰਹੇ ਹੋ? ਮੈਂ ਆਪਣੇ ਚੈਂਬਰ ਦੇ ਲਈ ਵੀ ਕਰ ਰਹੀ ਹਾਂ ਔਰ ਦੂਸਰਾ ਸਰ ਜਿਹੜੀ ਇਹਨਾਂ ਨੇ ਵੋਟਰ ਲਿਸਟ ਨਾਲ ਟੈਂਪਰਿੰਗ ਕੀਤੀ ਹੈ, ਕੀ ਬੈਨੀਫਿਟ ਹੋਊਗਾ? ਕੀ ਬੈਨੀਫਿਟ ਹੋਊਗਾ? ਸਰ ਮੈਂ ਬੈਨੀਫਿਟ ਸਰ ਮੈਨੂੰ ਨਹੀਂ ਸਰ, ਬੈਨੀਫਿਟ ਉਹਨਾਂ ਲੋਕਾਂ ਨੂੰ ਹੈ ਜਿਨ੍ਹਾਂ ਦੇ ਨਾਲ ਇਹਨਾਂ ਨੇ ਗਲਤ ਕੀਤਾ ਹੈ। ਸਰ ਇਹਨਾਂ ਨੇ ਇੱਕ ਵੋਟਰ ਲਿਸਟ ਨੂੰ ਟੈਂਪਰ ਕਰਕੇ ਉਹਨਾਂ ਛੇੜਖਾਨੀ ਕਰਕੇ ਕਈ ਵਕੀਲਾਂ ਦੇ ਨਾਮ ਵਿੱਚੋਂ ਬਾਹਰ ਕੱਢਦੇ। ਹੁਣ ਤੁਸੀਂ ਆਪ ਸੋਚੋ, ਅੱਜ ਤਾਂ ਮੈਂ ਇਕੱਲੀ ਹਾਂ, ਕੱਲ ਨੂੰ ਸਪੋਜ਼ ਹੈ ਹੋਰ ਚੈਂਬਰ ਲੈ ਲੈਣ, ਹੋਰ ਵਕੀਲ ਖੜੇ ਨੇ ਕੋਈ? ਹਾਂਜੀ ਸਰ, ਹੋਰ ਤੁਸੀਂ ਇਕੱਲੇ ਜੇ ਲੱਗੇ ਲੜਾਈ ਲੜ ਰਹੇ ਹੋ ਜਾਂ ਸਰ ਮੈਂ ਹਜੇ ਇਕੱਲੀ ਲੜਾਈ ਲੜ ਰਹੀ ਹਾਂ ਕਿਉਂਕਿ ਮੇਰਾ ਡਾਇਰੈਕਟ ਇਹਨਾਂ ਨੇ ਡਾਇਰੈਕਟ ਮੇਰੇ ਤੇ FIR ਰਜਿਸਟਰ ਕਰਾਤੀ ਕਿ ਮੈਂ ਲੁਧਿਆਣੇ ਬਾਹਰ ਦੀ ਮੈਂਬਰ ਨਹੀਂ ਹੈਗੀ ਔਰ ਉਸ ਚੀਜ਼ ਨੂੰ ਸਾਬਿਤ ਕਰਨ ਲਈ ਵੋਟਰ ਲਿਸਟ ਨਾਲ ਟੈਂਪਰੀ ਕੀਤੀ ਹੈ ਤੇ ਮੈਂ ਐਗਰੀਵਡ ਹਾਂ। ਸਰ ਇਸ ਤਰ੍ਹਾਂ ਕੱਲ ਨੂੰ ਹੋ ਸਕਦਾ ਕੱਲ ਨੂੰ ਕੋਈ ਹੋਰ ਬੰਦਾ ਚੈਂਬਰ ਲੈ ਲਵੇ ਕਿ ਇਹ ਵੋਟਰ ਲਿਸਟ ਮੈਂਬਰ ਲਿਸਟ 'ਚ ਆ ਵੀ ਗਏ ਹੈਗੇ। ਮੈਂ ਮੈਂਬਰ ਲਿਸਟ 'ਚ ਵੀ ਆ ਗਈ ਸਰ। ਤੁਸੀਂ ਜੈਨੂਨ ਕੀਤੀ ਹੋਈ LLB? ਮੈਂ ਜੈਨੂਨ ਕੀਤੀ ਹੋਈ LLB, ਮੇਰਾ ਲਾਇਸੈਂਸ ਵੀ ਠੀਕ ਹੈ ਔਰ ਲੁਧਿਆਣੇ 'ਚ ਮੇਰਾ ਨਾਮ ਵੀ ਚੱਲਦਾ ਹੈ, ਸਰਟੀਫਿਕੇਟ ਵੀ ਲਿਆ ਹੋਣਾ, ਬਾਹਰ ਸਰਟੀਫਿਕੇਟ ਵੀ ਲੈ ਗਿਆ, ਸਾਰਾ ਕੁਝ ਤੁਹਾਡੇ ਕੋਲ ਹੈਗਾ ਸਾਰਾ ਕੁਝ ਮੇਰੇ ਕੋਲ ਹੈ। ਤਾਂ ਫਿਰ ਸਰ ਇਹੀ ਚੀਜ਼ ਤਾਂ ਮੈਂ ਤੁਹਾਨੂੰ ਕਹਿਣਾ ਚਾਹੁੰਦੀ ਹਾਂ। ਸੋਚਣ ਵਾਲੀ ਗੱਲ ਹੈ ਦੋਸਤੋ ਹੈ ਸਰ, ਮੈਂ ਇਹੀ ਚੀਜ਼ ਤਾਂ ਕਹਿੰਦੀ ਆ ਨਾ ਸਰ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਲੇਟੈਸਟ ਮੇਰੀ ਇਹੀ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਪੈਸੇ ਜਮ੍ਹਾਂ ਕਰ ਲਏ ਜਿਹੜੇ 2 ਸਾਲਾਂ ਦੇ ਗੁਰਕਿਰਪਾਲ ਸਿੰਘ ਗਿੱਲ ਨੇ ਨਹੀਂ ਜਮ੍ਹਾਂ ਕੀਤੇ ਸੀ, ਅੱਗੇ ਫਰਦਰ ਜਮ੍ਹਾਂ ਕਰ ਲਏ। ਹੁਣ ਮੈਂ ਦੇਖ ਗੱਲ ਸਾਬਿਤ ਕਰਦਾ ਕਿ ਮੈਂ ਬਾਹਰ ਦੀ ਮੈਂਬਰ ਹਾਂ। ਜੇ ਮੈਂ ਬਾਹਰ ਦੀ ਮੈਂਬਰ ਹਾਂ ਸਰ, ਮੈਂ ਵੋਟਾਂ ਵੀ ਪਾਉਂਗੀ। ਫਿਰ ਮੇਰੀ ਸਰ ਟੈਂਪਰਿੰਗ ਕਿਉਂ ਕੀਤੀ? ਇਹਨਾਂ ਨੇ ਟੈਂਪਰਿੰਗ ਕਰਨ ਦਾ ਰੀਜ਼ਨ ਇਹ ਸੀ ਕਿ ਮੈਨੂੰ ਡਿਸਮੈਂਬਰ ਪ੍ਰੂਵ ਕਰਕੇ ਮੇਰੇ ਚੈਂਬਰ ਤੇ ਹੱਕ ਸੀ ਜੋ ਇਹਨਾਂ ਨੇ ਮੈਨੂੰ ਜੇਲ੍ਹ 'ਚ ਭੇਜ ਕੇ ਪਿੱਛੋਂ ਚੈਂਬਰ ਇਲੀਗਲ ਚੈਂਬਰ ਤੁਹਾਡਾ ਉੱਥੇ ਪਿਆ ਵਾ, ਹੁਣ ਕਿਸੇ ਦਾ ਕਬਜ਼ਾ ਉੱਤੇ ਪਿਆ ਚੈਂਬਰ ਹੈ ਸਰ। ਇਹਨਾਂ ਨੇ ਤਾਲੇ ਤੂਲੇ ਲਾਤੇ ਆ, ਤਾਲੇ ਲਾ ਕੇ ਸਰ ਸਾਨੂੰ ਨਵੀਂ ਕਮੇਟੀ ਉਹ ਕੀ ਕਹਿੰਦੀ ਹੈ? ਨਵੀਂ ਕਮੇਟੀ ਕੀ ਕਹਿੰਦੀ ਹੈ? ਨਵੀਂ ਕਮੇਟੀ ਨੇ ਮੇਰੇ ਮੈਂਬਰਸ਼ਿਪ ਦੇ ਪੈਸੇ ਜਮ੍ਹਾਂ ਕਰ ਲਏ ਆ। ਪੈਸੇ ਜਮ੍ਹਾਂ ਕਰਨ ਤੋਂ ਬਾਅਦ
ਮੈਂ ਐਪਲੀਕੇਸ਼ਨ ਉਹਨਾਂ ਨੂੰ ਦੇਤੀ ਹੈ ਕਿ ਮੇਰੇ ਨਾਮ ਤੇ ਆ ਮੇਰੇ ਸਾਰੇ ਕਾਗਜ਼ ਨੇ, ਅਕਾਊਂਟਾਂ 'ਚ ਮੈਂ ਪੈਸੇ ਟ੍ਰਾਂਸਫਰ ਕਰਾਏ ਸੀਗੇ, ਸਾਰਾ ਕੁਝ ਕਰਕੇ ਐਗਰੀਮੈਂਟ ਮੇਰੇ ਨਾਮ ਤੇ, ਮੇਰੇ ਚੈਂਬਰ ਅੱਗੇ ਮੇਰੇ ਨਾਮ ਟ੍ਰਾਂਸਫਰ ਕਰੋ ਤਾਂ ਮੈਂ ਬੈਠਾ ਸੀ। ਤੁਹਾਨੂੰ ਚੈਂਬਰ ਚਾਹੀਦਾ ਜਾਣੇ ਕਹਿੰਦਾ ਸਰ, ਮਤਲਬ ਮੈਨੂੰ ਆ ਮੇਰਾ ਚੈਂਬਰ ਚੈਂਬਰ ਚਾਹੀਦਾ। ਚਾਹੀਦਾ ਤਾਂ ਬਾਕੀ ਇੱਥੇ ਗੁਰਪਾਲ ਨੂੰ ਪੁੱਛ ਲੈਣੇ ਜਾ ਕੇ। 1 ਮਿੰਟ ਪਹਿਲੇ ਵੀ ਮੈਂ ਖਬਰ ਲਾਈ ਸੀ, ਕਹਿੰਦਾ ਸੀ ਮੇਰੇ ਤੋਂ ਵਿਊ ਨਹੀਂ ਲਏ, ਮੈਂ ਹੁਣ ਪੁੱਛ ਲੈਣਾ ਵੀ ਕੀ ਗੱਲ ਹੈਗੀ, ਕਹਾਣੀ ਕੀ ਆ। ਉਸ ਤੋਂ ਬਾਅਦ ਸਰ ਮੇਰੀ ਇੱਕ ਰਿਕੁਐਸਟ ਹੈ, ਹਾਂ। ਗੁਰਕਿਰਪਾਲ ਸਿੰਘ ਦੀ ਵੀ ਤੁਸੀਂ ਅਗਰ ਵਿਊ ਲੈਣਾ ਚਾਹੁੰਦੇ ਹੋ ਤੁਸੀਂ ਲੈ ਸਕਦੇ ਹੋ। ਹਾਂਜੀ। ਉਸ ਤੋਂ ਇਲਾਵਾ ਸਰ ਤੁਸੀਂ ਸੁਖਵਿੰਦਰ ਸਿੰਘ ਭਾਟੀਆ ਐਡਵੋਕੇਟ, ਕਿਉਂਕਿ ਗੁਰਕਿਰਪਾਲ ਸਰ ਇਹੀ ਕਹਿੰਦੇ ਪਏ ਆ ਕਿ ਮੈਂ ਸਾਲ 2012 ਤੋਂ ਡਿਸਮੈਂਬਰ ਕੀਤੀ ਸੀ। ਅਗਰ ਮੈਂ ਸਾਲ 2012 ਤੋਂ ਡਿਸਮੈਂਬਰ ਕੀਤੀ ਸੀ ਤੇ ਸਰ ਮੈਂ ਵੋਟਾਂ ਕਿੱਦਾਂ ਪਾਉਂਦੀ ਰਹੀ? ਫਿਰ ਮੇਰੇ ਸਰ ਲੇਟੈਸਟ ਵੀ ਪੈਸੇ ਜਮ੍ਹਾਂ ਹੋਏ ਹੈ। ਇਹਦਾ ਮਤਲਬ ਸਰ ਜਿਹੜਾ ਡਿਸਮੈਂਬਰ ਦਾ ਨੋਟਿਸ ਜਿਹੜਾ ਇਹ ਸ਼ੋਅ ਕਰਦੇ ਆ ਉਹਦਾ ਓਰੀਜਨਲ ਸਰ ਪੁਲਿਸ ਨੂੰ ਦਿਖਾ ਦੇਣ, ਨਾ ਤਾਂ ਇਹ ਪੁਲਿਸ ਨੂੰ ਉਹਦਾ ਓਰੀਜਨਲ ਦਿਖਾਉਂਦੇ ਪਏ ਆ। ਆਫਟਰ ਆਲ ਜੇ ਕਿਸੇ ਨੇ ਡਿਸਮੈਂਬਰ ਕੀਤਾ ਸੀ ਫਿਰ ਮੇਰੇ ਬਾਅਦ ਚ ਪੈਸੇ ਕਿਹਨਾਂ ਨੇ ਜਮ੍ਹਾਂ ਕਰ ਲਏ, ਮੇਰੀਆਂ ਵੋਟਾਂ ਕਿਹਨਾਂ ਨੇ ਪਾ ਲੀਆਂ? ਮਸਲਾ ਤਾਂ ਗੰਭੀਰ ਆ। ਗੰਭੀਰ ਨਹੀਂ ਹੈ ਸਰ, ਸਿਰਫ ਮੇਰੇ ਚੈਂਬਰ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹਨਾਂ ਨੇ ਕੀ ਕੀਤਾ, ਜਦ ਇਹਨਾਂ ਨੂੰ ਪਤਾ ਵੈ ਕਿ ਆਲਰੇਡੀ ਚੈਂਬਰ ਮੇਰੇ ਨਾਮ ਤੇ ਹੈ, ਮੈਂ ਕਾਗਜ਼ ਟ੍ਰਾਂਸਫਰ ਕਰਾਉਣ ਆਨੀ ਪਈਆਂ, ਤੁਸੀਂ FIR ਚਾਹੀਦੀ। ਅੱਛਾ ਮੈਂ ਰਚਨਾ 1 ਮਿੰਟ ਰੁਕ ਜਾ, ਮੇਰੀ ਨਿਗਾਹ ਨਾ ਉਧਰ ਜਾ ਰਹੀ ਹੈ ਕਾਕਾ, ਉਧਰ ਮਾਰ ਬੂਟੇ ਵੱਲੋਂ, ਪਿੱਪਲ ਦਾ ਬੂਟਾ ਜਿਹੜਾ ਹੈਗਾ ਵਾ, ਉਹਦੇ ਪਿੱਪਲ ਦਾ ਬੂਟਾ ਨਾ ਉਹ ਦਰਖਤ ਵੱਢਿਆ ਹੋਇਆ ਵਾ ਰਚਨਾ ਮੈਡਮ, ਉਹ ਦੇਖੋ ਉਹ ਪਿੱਪਲ ਦਾ ਬੂਟਾ, ਉਹ ਦੇਖੋ ਮੈਨੂੰ ਬੜਾ ਦੁੱਖ ਹੋ ਰਿਹਾ ਹੈਗਾ ਵਾ ਬਈ ਉਸ ਬੰਦੇ ਦੇ ਹੱਥ ਵੱਢ ਦਿੱਤੇ ਜਾਣ ਜਿਹੜੇ ਇਦਾਂ ਦੇ ਕੰਮ ਕਰਦੇ ਹੈਗੇ ਆ। ਦੇਖੋ ਦਰਖਤ ਦਾ ਬੂਟਾ ਜਿਹੜਾ ਪਿੱਪਲ ਦਾ ਬੂਟਾ ਹੈਗਾ, ਆਪਾਂ ਗੱਲਾਂ ਕਰ ਰਹੇ ਹਾਂ ਇਨਸਾਨੀਅਤ ਦੀਆਂ, ਉਹ ਤਾਂ ਵਿਚਾਰਾ ਬੋਲ ਵੀ ਨਹੀਂ ਸਕਦਾ ਹੈਗਾ, ਉਹ ਕਿੱਡਾ ਬੜਾ ਪਿੱਪਲ ਦਾ ਬੂਟਾ ਕੱਟਿਆ ਗਿਆ ਹੈਗਾ, ਤਣਾ ਜਿਹੜਾ ਸਾਰਾ ਵੱਢਤਾ। ਹਾਂ ਹੁਣ ਗਰਮੀਆਂ ਆ ਰਹੀਆਂ ਨੇ, ਧੁੱਪ ਪੈਣੀ ਹੈਗੀ ਆ, ਕੋਈ ਛਾਂ ਦੇ ਥੱਲੇ ਬੈਠ ਜਾਂਦਾ ਸੀਗਾ, ਤੇ ਪਤਾ ਨਹੀਂ ਕਿੱਦਾਂ ਦੇ ਲੋਕ ਹੀ ਇੱਥੇ ਇਦਾਂ ਦੇ ਆ ਰਚਨਾ ਮੈਡਮ, ਲੋਕ ਹੀ ਇਦਾਂ ਦੇ ਆ। ਲੋਕਾਂ 'ਚ ਇਨਸਾਨੀਅਤ ਸਰ ਮੈਂ ਸਿਰਫ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ ਸਰ, ਮੈਂ ਤੁਹਾਨੂੰ ਸਿਰਫ ਇੱਕ ਚੀਜ਼ ਕਹਿਣਾ ਚਾਹੁੰਦੀ ਹਾਂ, ਗੁਰਕਿਰਪਾਲ ਸਿੰਘ ਨੇ ਇਹ ਕਹਿ ਕੇ FIR ਰਜਿਸਟਰਡ ਕਰਾਈ ਸੀ ਕਿ ਰਚਨਾ 2012 ਤੋਂ ਬਾਹਰ ਦੀ ਮੈਂਬਰ ਨਹੀਂ ਹੈ। ਜੇ ਮੈਂ ਬਾਹਰ ਦੀ ਮੈਂਬਰ ਨਹੀਂ ਆ ਤੇ ਬਿਸ਼ਨ ਸਰੂਪ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਉੱਥੇ ਇੱਕ ਪਟੀਸ਼ਨ ਲੱਗੀ ਹੈ ਸੁਖਵਿੰਦਰ ਭਾਟੀਆ ਵਰਸਸ ਰਚਨਾ ਦੇਵ, ਕਿ ਰਚਨਾ ਦੇਵ ਨੇ ਫਲਾਣੇ ਬੂਥ ਤੇ ਜਾ ਕੇ ਵੋਟਾਂ ਪਾਈਆਂ ਨੇ ਔਰ ਫੋਟੋਗ੍ਰਾਫਸ ਵੀ ਪਾਈਆਂ, ਔਰ ਰਚਨਾ ਦੀ ਵੋਟ ਸਾਰੇ ਆਰਓ ਨੇ ਪਵਾਈ ਹੈ। ਸਰ ਜੋ ਸਾਬਿਤ ਕਰਦਾ ਹੈ ਕਿ ਮੈਂ ਬਾਹਰ ਦੀ ਮੈਂਬਰ ਸੀ ਔਰ ਮੈਂ ਵੋਟਾਂ ਵੀ ਪਾਉਂਦੀ ਸੀ। ਸਿਰਫ ਜਦੋਂ ਮੈਂ ਚੈਂਬਰ ਲਿਆ ਉਸੇ ਵਕਤ ਹੀ ਇਹਨਾਂ ਨੇ FIR ਕਰਾਈ ਕਿ ਮੈਂ ਬਾਹਰ ਦੀ ਮੈਂਬਰ ਨਹੀਂ ਆ। ਉਸ ਤੋਂ 1 ਮਹੀਨੇ ਪਹਿਲਾਂ ਇਹਨਾਂ ਨੇ ਇਲੈਕਸ਼ਨ ਪਟੀਸ਼ਨ 'ਚ ਐਫੀਡੇਵਿਟ ਦਿੱਤੇ ਹੈ ਕਿ ਵੋਟਰ ਲਿਸਟ ਸਹੀ ਹੈ ਜਿਹਦੇ 'ਚ ਮੇਰਾ ਨਾਮ ਸੀ। ਫਿਰ ਇਹਨਾਂ ਨੇ ਜਾਲੀ ਵੋਟਰ ਲਿਸਟ ਕਿਉਂ ਤਿਆਰ ਕੀਤੀ? ਉਹਨਾਂ ਨੇ ਜਾਲੀ ਵੋਟਰ ਲਿਸਟ ਆਪਣੇ ਜਿਹੜੇ ਡਿਸਮੈਂਬਰ ਦੇ ਜਾਲੀ ਨੋਟਿਸ ਰੱਖੇ ਹੋਏ ਸੀ ਤਿਆਰ ਕਰਕੇ ਉਹਨਾਂ ਨੂੰ ਪ੍ਰੂਵ ਕਰਨ ਦੇ ਲਈ ਜਾਲੀ ਵੋਟਰ ਲਿਸਟ ਤਿਆਰ ਕੀਤੀ ਹੈ, ਤਾਂ ਜੋ ਪੁਲਿਸ ਨੂੰ ਕਹਿ ਸਕਣ ਕਿ ਇਹ ਕੁੜੀ ਬਾਹਰ ਦੀ ਮੈਂਬਰ ਨਹੀਂ ਸੀ। ਜਿਹੜੀ ਲੇਟੈਸਟ ਮੇਰੀ ਰਸੀਦ ਹੈ ਮੈਂ ਤੁਹਾਨੂੰ ਰਸੀਦ ਦਿਖਾ ਦੇਣੀ ਹੈ, ਜਿਹੜੀ ਕਿ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਨੇ ਮੇਰੀ ਇਸ਼ੂ ਕੀਤੀ ਹੈ, ਚੇਤਨ ਸਰ ਨੇ ਇਸ਼ੂ ਕੀਤੀ, ਸਾਡੇ ਪ੍ਰਧਾਨ ਜੀ ਨੇ ਹਾਈ ਕੋਰਟ ਦੀ ਡਾਇਰੈਕਸ਼ਨ ਤੋਂ ਇਸ਼ੂ ਕੀਤੀ ਹੈ ਕਿ ਇਹਦੇ ਪੈਸੇ ਜਮ੍ਹਾਂ ਕਰੋ, ਔਰ ਮੇਰੇ ਇਹਨਾਂ ਨੇ ਪੈਸੇ ਜਮ੍ਹਾਂ ਕੀਤੀ ਹੈ ਡਿਸਟ੍ਰਿਕਟ ਬਾਰ ਐਸੋਸੀਏਸ਼ਨਸ ਨੇ। ਲੋ ਸਰ ਮੇਰੀ ਰਸੀਦ ਲਵੋ, ਮੈਂ ਤੁਹਾਨੂੰ ਆਪਣੀ ਰਸੀਦ ਕੱਢ ਲਓ, ਕੋਈ ਗੱਲ ਲੋ ਨਹੀਂ। ਸਰ ਆ ਮੇਰੀ ਰਸੀਦ ਹੈ, ਦੇਖੋ ਜੀ ਰਸੀਦ ਦਾ ਨੰਬਰ ਹੈ 149/2023, ਰਚਨਾ 2 ਮਾਰਚ 2023, ਅਲਾਉਡ ਸਬਜੈਕਟ ਟੂ ਫਾਈਨਲ ਆਰਡਰ CWP ਰਿਟ ਫਾਈਲ ਕੀਤੀ ਹੈ 20077। ਜੇ ਮੈਂ ਬਾਹਰ ਦੀ ਮੈਂਬਰ ਹੀ ਨਹੀਂ ਆ ਤੇ ਫਿਰ ਕਿਸੇ ਆਲੂ ਵੇਚਣ ਵਾਲੇ ਦੀ ਰਸੀਦ ਥੋੜੀ ਤੁਸੀਂ ਕੱਟੋਗੇ। ਤੂੰ ਰਚਨਾ ਮੈਡਮ ਜੀ ਤੁਸੀਂ 10-20 ਸਾਲ ਦੀ ਨਾ ਲਾਈਵ ਮੈਂਬਰਸ਼ਿਪ ਜਮ੍ਹਾਂ ਕਰਾ ਦਿਓ, ਉੱਥੇ ਝਗੜੇ ਖਤਮ ਹੋ ਜਾਏ। ਲੋੜ ਹੀ ਨਹੀਂ ਸਰ, ਅਸੀਂ ਜੈਨੂਇਨ ਬੰਦੇ ਆ ਸਰ। ਉਹ ਵਕਾਲਤ ਕੀਤੀ ਹੈ ਤੁਸੀਂ ਮੈਂ ਦੱਸ ਲਈ। ਤੁਹਾਨੂੰ ਸਿਰਫ ਇੱਕ ਚੀਜ਼ ਦੱਸਣਾ ਚਾਹਨੀ ਆ, ਨਕਲੀ ਵਕਾਲਤ ਵਾਲੇ ਘੁੰਮਦੇ ਬੰਦੇ। ਇੱਕ ਮਿੰਟ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਚਾਹਨੀ ਆ ਸਰ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਆਹ ਰਸੀਦ ਵੀ ਇਹਨਾਂ ਨੇ ਕੱਟੀ ਹੈ। ਇਸ ਤੋਂ ਪਹਿਲਾਂ ਰੈਗੂਲਰ 2011 ਤੋਂ ਜਦੋਂ ਦੀ ਮੇਰੀ ਮੈਂਬਰਸ਼ਿਪ ਹੈ ਮੇਰੀਆਂ ਰਸੀਦਾਂ ਇਹਨਾਂ ਨੇ ਕੱਟੀਆਂ ਵਾ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਰਸੀਦਾਂ ਕੱਟਣਗੇ ਮੈਨੂੰ ਮੇਰੇ ਕੋਲ ਪੈਸੇ ਲੈਣਗੇ, ਮੈਨੂੰ ਵੋਟ ਦਾ ਰਾਈਟ ਵੀ ਤਾਂ ਮਿਲਦਾ ਹੀ ਹੈ, ਤੇ ਮੈਨੂੰ ਵੋਟ ਦਾ ਰਾਈਟ ਕਿਉਂ ਨਹੀਂ ਮਿਲੂਗਾ? ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਵੋਟ ਵੀ ਪਾਈ ਹੈ, ਫਿਰ ਜੇ ਮੈਂ ਵੋਟ ਪਾਈ ਹੈ ਇੱਕ ਕੋਰਟ 'ਚ ਮੇਰੀਆਂ ਫੋਟੋਆਂ ਆਉਂਦੀਆਂ ਪਈਆਂ ਵੋਟ ਪਾਉਂਦੀ ਦੀਆਂ, ਤੁਹਾਨੂੰ ਮੈਂ ਫੋਟੋਆਂ ਵੀ ਦਿਖਾਉਂਦੀ ਆ ਸਰ, ਆਹ ਮੇਰੀਆਂ ਫੋਟੋਆਂ ਆ ਰਹੀਆਂ ਨੇ ਵੋਟ ਪਾਉਂਦੀ ਦੀਆਂ, ਤੇ ਜੇ ਮੇਰੀਆਂ ਵੋਟ ਪਾਉਂਦੀ ਦੀਆਂ ਫੋਟੋਆਂ ਵੀ ਆ ਰਹੀਆਂ ਤੇ ਪ੍ਰਧਾਨ ਔਰ ਉਸ ਵੋਟ ਆਲੋ ਸਰ, ਆ ਮੇਰੀਆਂ ਵੋਟ ਪਾਉਂਦੀ ਦੀਆਂ ਫੋਟੋਆਂ ਸਰ ਦੇਖੋ ਜੀ, ਆ ਮੈਂ ਵੋਟ ਪਾ ਰਹੀ ਹਾਂ, ਮੇਰਾ ਛੋਟਾ ਜਿਹਾ ਬੱਚਾ ਸੀ ਸਰ ਸਾਲ ਦਾ, ਆ ਮੈਂ ਬੱਚਾ ਬਿਠਾਤਾ, ਆ ਮੈਂ ਵੋਟ ਪਾ ਰਹੀ ਹਾਂ, ਆ ਮੈਂ ਬੂਥ ਨੰਬਰ 7 ਤੇ ਸਰ ਵੋਟ ਪਾਈ ਹੈ, ਆ ਦੇਖੋ ਜੀ ਬੂਥ ਨੰਬਰ 7 ਛੋਟਾ ਜਿਹਾ ਨਜ਼ਰ ਆ ਰਿਹਾ ਹੈ। ਔਰ ਇਹ ਸਰ ਮੈਡਮ ਜੀ ਮੈਨੂੰ ਇੱਕ ਗੱਲ ਦੱਸਿਓ, ਉਸ ਟਾਈਮ ਤੁਹਾਨੂੰ ਪੰਗੇ ਦਾ ਪਤਾ ਸੀ? ਪੰਗਾ ਪੈਣਾ ਜਿਹੜਾ ਫੋਟੋ ਖਿੱਚ ਲਈ, ਮੈਂ ਤਾਂ ਫੋਟੋ ਸਰ ਮੈਂ ਦੱਸਦੀ ਹਾਂ, ਇਹ ਸਾਰੀਆਂ ਫੋਟੋਆਂ ਜਿਹੜੀਆਂ ਨਾ ਇਹ ਮੈਂ ਉਸ ਵਕਤ ਨਹੀਂ ਖਿੱਚੀਆਂ ਜਾਂ ਪੰਗੇ ਦੇ ਕਾਰਨ, ਇਹ ਸਾਰੀਆਂ ਫੋਟੋਆਂ ਇਦਾਂ ਹੋਇਆ ਕਿ ਇਹਨਾਂ ਨੇ ਮੇਰੇ ਤੇ FIR ਦਾ ਦਰਜ ਕਰਾਤੀ ਕਿ ਰਚਨਾ ਲੁਧਿਆਣੇ ਬਾਹਰ ਦੀ ਮੈਂਬਰ ਨਹੀਂ ਸਾਲ 2012 ਤੋਂ। ਤਾਂ ਫੋਟੋ ਖਿੱਚੀਆਂ ਤੁਸੀਂ? ਨੋ ਸਾਲ 2012 ਤੋਂ ਕਹਿੰਦੇ ਮੈਂਬਰ ਨਹੀਂ ਆ। ਪਰਚਾ ਦਰਜ ਮੇਰੇ ਤੇ 2021 ਦੇ ਹੁੰਦਾ ਹੋਇਆ। 21 ਦੇ ਵਿੱਚ ਕੀ ਹੋਇਆ, 21 ਦੇ ਪਰਚਾ ਮੇਰੇ ਅਗਸਤ ਦੇ ਮਹੀਨੇ 'ਚ ਦਰਜ ਹੁੰਦਾ ਹੈ, ਔਰ 21 ਦੀ ਸ਼ੁਰੂਆਤ ਤੇ ਹੀ ਪ੍ਰਧਾਨ ਜੀ ਜਿਹੜੇ ਗੁਰਕਿਰਪਾਲ ਸਿੰਘ ਗਿੱਲ ਹੈ, ਇਹਨਾਂ ਦੇ ਨਾਲ ਜਿਹੜੇ ਬੰਦੇ ਹਾਰ ਗਏ ਸੀ ਉਹਨਾਂ ਨੇ ਇੱਕ ਇਲੈਕਸ਼ਨ ਪਟੀਸ਼ਨ ਲਾਈ ਹੋਈ ਸੀ ਦਿੱਲੀ ਦੇ ਵਿੱਚ
ਸੌਰੀ ਚੰਡੀਗੜ੍ਹ 'ਚ ਉਸ ਇਲੈਕਸ਼ਨ ਪਟੀਸ਼ਨ 'ਚ ਜਿਹੜੀ ਵੋਟਰ ਲਿਸਟ ਲੱਗੀ ਸੀਗੀ ਉਹਦੇ 'ਚ ਮੇਰਾ ਨਾਮ ਵੀ ਸੀ, ਮੇਰੀਆਂ ਫੋਟੋਗ੍ਰਾਫਸ ਵੀ ਲੱਗੀਆਂ ਸੀਗੀਆਂ, ਸਾਰਾ ਕੁਝ ਮੇਰਾ ਵਿੱਚ ਸੀਗਾ। ਹੁਣ ਜੇ ਉਹਦੇ ਵਿੱਚ ਪ੍ਰਧਾਨ ਜੀ ਨੇ ਐਫੀਡੇਵਿਟ ਦਿੱਤੇ ਸਾਰੇ ਆਰਓਆਂ ਸਮੇਤ ਕਿ ਉਹ ਵੋਟਰ ਲਿਸਟ ਸਹੀ ਹੈ, ਕੋਈ ਵੀ ਵੋਟ ਜਾਲੀ ਨਹੀਂ ਹੈ, ਫਿਰ ਮੇਰੀ ਵੀ ਵੋਟ ਜਾਲੀ ਨਹੀਂ ਸੀ। ਅਚਾਨਕ ਜਾ ਕੇ ਜਦੋਂ ਮੈਂ ਚੈਂਬਰ ਅਗਸਤ ਦੇ ਮਹੀਨੇ ਲਿਆ, ਪ੍ਰਧਾਨ ਜੀ ਨੇ ਕੀ ਕੀਤਾ, ਪੁਲਿਸ ਨੂੰ ਫਰਦ ਪੇਸ਼ਗੀ ਦੇ ਵਿੱਚ ਇੱਕ ਵੋਟਰ ਲਿਸਟ ਦੇਤੀ ਮੇਰਾ ਨਾਮ ਕੱਟ ਕੇ ਕਿ ਮੈਂ ਬਾਹਰ ਦੀ ਮੈਂਬਰ ਨਹੀਂ ਆ, ਆਹ ਵੋਟਰ ਲਿਸਟ ਹੈ। ਜੇ ਉਹ ਵੋਟਰ ਲਿਸਟ ਜੈਨੂਅਨ ਸੀ ਤੇ ਫਿਰ ਮੇਰੀਆਂ ਫੋਟੋਆਂ ਕਿੱਦਾਂ ਆ ਗਈਆਂ, ਤੁਸੀਂ ਆਪ ਸੋਚੋ। ਔਰ ਪ੍ਰਧਾਨ ਜੀ ਨੇ ਟੈਂਪਰਿੰਗ ਸਿਰਫ ਇਸ ਲਈ ਕੀਤੀ ਤਾਂ ਕਿ ਆਪਣੇ ਪਰਚੇ ਨੂੰ, ਝੂਠੇ ਪਰਚੇ ਨੂੰ ਸਕਸੈਸਫੁਲ ਕਰਨ ਲਈ, ਤਾਂ ਕਿ ਪੁਲਿਸ ਨੂੰ ਸਾਬਤ ਕਰ ਸਕਣ ਕਿ ਇਹ ਕੁੜੀ ਤਾਂ ਦੇਖੋ ਬਾਹਰ ਦੀ ਮੈਂਬਰ ਨਹੀਂ ਹੈ, ਵੋਟਾਂ ਹੀ ਨਹੀਂ ਪਾ ਸਕਦੀ ਸੀਗੀ। ਲੈ ਵੀ ਰਚਨਾ ਮੈਡਮ ਯਾਨੀ ਜੀ ਕਿ ਸਰ ਇਹਨਾਂ ਨੇ, ਪ੍ਰਧਾਨ ਜੀ ਨੇ, ਗੁਰਕਿਰਪਾਲ ਸਿੰਘ ਨੇ 2 ਕੋਰਟਾਂ ਦੇ ਵਿੱਚ ਅਲੱਗ-ਅਲੱਗ ਆਪਣੇ ਬਿਆਨ ਦੇ ਰਹੇ ਨੇ, ਦਿੱਲੀ 'ਚ ਐਫੀਡੇਵਿਟ ਝੂਠਾ ਦੇ ਰਹੇ ਨੇ, ਜਿਹੜੇ ਪਰਚੇ ਦੇ ਵਿੱਚ ਪੁਲਿਸ ਨੂੰ ਵੋਟਰ ਲਿਸਟ ਜਾਲੀ ਦੇਤੀ। ਉਸ ਤੋਂ ਇਲਾਵਾ ਬਿਸ਼ਨ ਸਰੂਪ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਉੱਥੇ ਜਾ ਕੇ ਝੂਠਾ ਐਫੀਡੇਵਿਟ ਦਿੰਦੇ ਪਏ ਨੇ ਕਿ ਹਾਂ ਜੀ ਜਿੱਥੇ ਜਾਂਦੇ ਐਕਚੁਅਲੀ ਕਰਦੇ ਕੀ ਪਏ ਨੇ, ਆਪਣੀ ਸੇਫ ਸਾਈਡ ਕਰ ਰਹੇ ਨੇ। ਇਹ ਨਹੀਂ ਦੇਖ ਰਹੇ ਕਿ ਭਾਈ ਤੁਹਾਡੇ ਸਾਰੇ ਐਫੀਡੇਵਿਟ ਅਸੀਂ ਸਰਟੀਫਾਈਡ ਕਾਪੀਆਂ ਕਢਾ ਕੇ ਅਸੀਂ ਪੁਲਿਸ ਨੂੰ ਦਿੱਤੇ ਹੋਏ ਆ, ਕਿ ਤੁਸੀਂ ਇੱਕ ਲੈਵਲ ਤੇ ਆ ਕੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਪਰ ਬਚਨੇ ਤੁਸੀਂ ਹੈ ਨਹੀਂ। ਕਿਉਂਕਿ ਜਿਹੜੀ ਕੰਪਲੇਂਟ ਮੈਂ ਪੁਲਿਸ ਨੂੰ ਦਿੱਤੀ ਹੈ ਉਹਦੇ ਵਿੱਚ ਮੈਂ ਸਾਫ਼-ਸਾਫ਼ ਲਿਖਿਆ ਹੈ ਕਿ ਇਸ ਬੰਦੇ ਨੇ ਮੇਰੇ ਰਿਕਾਰਡ ਦੇ ਨਾਲ ਟੈਂਪਰਿੰਗ ਕੀਤੀ ਹੈ, ਇਸ ਨੇ ਜਿਹੜੀ ਪੁਲਿਸ ਨੂੰ ਫਰਦ ਪੇਸ਼ਗੀ ਦਿੱਤੀ ਹੈ ਉੱਥੇ ਪੁਲਿਸ ਨੂੰ ਵੋਟਰ ਲਿਸਟ ਜਾਲੀ ਦਿੱਤੀ ਹੈ। ਆ ਮੇਰੀਆਂ 15 ਸਾਲ ਦੀਆਂ ਰਸੀਦਾਂ, ਆ ਮੇਰੀ ਮੈਂਬਰਸ਼ਿਪ ਫੀਸ ਹੈ, ਆ ਮੇਰਾ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ ਕਾਰਡ ਹੈ ਜਿਹੜਾ ਕਿ 2 ਸਾਲ ਪਹਿਲਾਂ ਪ੍ਰਧਾਨ ਜੀ ਨੇ ਇਸ਼ੂ ਕੀਤਾ ਸੀ। ਮੇਰਾ ਜਿਹੜਾ ਨਾਲ ਹੈ ਮੈਂ ਸਾਰਾ ਰਿਕਾਰਡ ਨਾਲ ਲਾਤਾ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਮੈਂ ਆਲੂ ਵੇਚਣ ਵਾਲੀ ਥੋੜੀ ਸੀ, ਅਸੀਂ ਤਾਂ ਵਕੀਲ ਸੀਗੇ, ਅਸੀਂ ਸਾਰਾ ਕੰਮ ਕਰਾਂਗੇ, ਕਾਨੂੰਨ ਸਾਰੇ ਪਤਾ ਤੁਹਾਨੂੰ, ਕਾਨੂੰਨ ਸਾਰੇ ਪਤਾ, ਸਾਰਾ ਕੰਮ ਸਿੱਖ ਲਿਆ, ਹੁਣ ਰਾਣੀ ਝਾਂਸੀ ਬਣ ਗਏ ਤੁਸੀਂ। ਯਾਨੀ ਤੁਹਾਨੂੰ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ, 2 ਕੋਰਟਾਂ 'ਚ 2 ਵੋਟਰ ਲਿਸਟਾਂ ਨੇ। ਜਿਹੜਾ ਪਰਚਾ ਇਹਨਾਂ ਨੇ ਮੇਰੇ ਤੇ ਦਰਜ ਕਰਾਇਆ ਉਹਦੇ 'ਚ ਵੋਟਰ ਲਿਸਟ ਮੇਰਾ ਨਾਮ ਹੈ ਨਹੀਂ। ਉਸ ਤੋਂ ਇਲਾਵਾ ਜਿਹੜੇ ਹਾਰੇ ਹੋਏ ਬੰਦੇ ਨੇ ਉਹਨਾਂ ਨੇ ਬਿਸ਼ਨ ਸਰੂਪ ਜੱਜ ਸਾਹਿਬ ਦੀ ਕੋਰਟ 'ਚ ਇੱਕ ਇਲੈਕਸ਼ਨ ਪਟੀਸ਼ਨ ਦੇ ਮਤਲਬ ਇੱਕ ਇਹਨਾਂ ਨੇ ਕੰਪਲੇਂਟ ਮੂਵ ਕੀਤੀ, ਜੇ ਇਹ ਕੁੜੀ ਬਾਹਰ ਦੀ ਮੈਂਬਰ ਨਹੀਂ, ਆ ਫੋਟੋਆਂ ਨੇ, ਆ ਵੋਟਰ ਲਿਸਟ ਇਹਦਾ ਨਾਮ ਕਿੱਦਾਂ ਆ ਗਿਆ, ਬੂਥ ਨੰਬਰ 7 'ਚ ਵੋਟ ਕਿੱਦਾਂ ਪਾ ਗਈ, ਉੱਥੇ ਅਸਲੀ ਵੋਟਰ ਲਿਸਟ, ਇੱਥੇ ਨਕਲੀ ਵੋਟਰ ਲਿਸਟ। ਹੁਣ 2 ਵੋਟਰ ਲਿਸਟਾਂ ਮੈਂ ਪੁਲਿਸ ਨੂੰ ਦਿੱਤੀਆਂ ਨੇ। ਔਰ ਮੇਰੀ ਮਾਨਯੋਗ ਕਮਿਸ਼ਨਰ ਸਾਹਿਬ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਮੈਂ ਇਹਦੇ ਮਤਲਬ ਕਿ ਹਾਈ ਕੋਰਟ ਦੇ ਵਿੱਚ CRM ਵੀ ਫਾਈਲ ਕੀਤੀ ਹੈ। ਅਗਰ ਮੇਰਾ ਇੱਕ ਵੀ ਲਫ਼ਜ਼ ਝੂਠਾ ਹੋਵੇ, ਤੁਸੀਂ ਮੇਰੀ ਰਿਕਾਰਡਿੰਗ ਰੱਖਿਓ, ਅਗਰ ਮੈਂ ਆਪਣੇ ਬਿਆਨਾਂ 'ਚੋਂ ਇੱਕ ਵੀ ਬਿਆਨ ਮੁਕਰਾਂ ਤਾਂ ਤੁਸੀਂ ਮੇਰੇ ਤੇ 182 ਦੀ ਕਾਰਵਾਈ ਕਰ ਸਕਦੇ ਹੋ, ਮੇਰੇ ਖਿਲਾਫ ਬਾਰ ਕੌਂਸਲ 'ਚ ਕੰਪਲੇਂਟ ਮੂਵ ਕਰ ਸਕਦੇ ਹੋ। ਮੇਰੀ ਹੱਥ ਜੋੜ ਕੇ ਬੇਨਤੀ ਹੈ, ਮੈਨੂੰ ਤੁਹਾਡੇ ਤੇ ਪੂਰਾ ਯਕੀਨ ਹੈ, ਮੈਨੂੰ ਸ਼ੁਭਰ ਅਗਰਵਾਲ ਸਰ ਤੇ ਪੂਰਾ ਯਕੀਨ ਹੈ। ਇਸ ਕੰਪਲੇਂਟ ਦੀ ਇਨਕੁਆਇਰੀ ਕਰਕੇ ਬਾਰ ਦੇ ਪ੍ਰਧਾਨ, ਐਕਸ ਪ੍ਰਧਾਨ ਗੁਰਕਿਰਪਾਲ ਸਿੰਘ ਗਿੱਲ ਅਤੇ ਇਹਦੇ ਸਾਥੀਆਂ ਨੇ ਜਿਨ੍ਹਾਂ ਨੇ ਮੇਰੇ ਤੇ ਚੈਂਬਰ ਤੇ ਕਬਜ਼ਾ ਕਰਨ ਦੀ ਨੀਅਤ ਦੇ ਨਾਲ ਇਹ ਟੈਂਪਰਿੰਗ ਕੀਤੀ ਸੀ, ਰਿਕਾਰਡ ਨਾਲ ਛੇੜਖਾਨੀ ਕੀਤੀ ਸੀ, ਉਹਨਾਂ ਤੇ ਪਰਚਾ ਦਿੱਤਾ ਜਾਵੇ ਫੋਰਜਰੀ ਦਾ ਕਿ ਇਹਨਾਂ ਨੇ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀਆਂ ਅਪਰੂਵ ਕੀਤੀਆਂ ਹੋਈਆਂ ਵੋਟਰ ਲਿਸਟਾਂ ਨੂੰ ਇਹਨਾਂ ਨੇ ਟੈਂਪਰ ਕੀਤਾ ਆਪਣੇ ਆਪ ਨੂੰ ਬੈਨੀਫਿਟ ਲੈਣ ਦੇ ਲਈ और मेरे चैम्बर से कब्जा करन दे। वो देखो जो बच्चे हैं ना जो लॉ कर रहे हैं, जो खासकर लड़कियां, मैं उनको कहूँ ये मैडम की बात पूरी सुने, क्योंकि आप भी वकील बनने वाले हैं। लॉ के स्टूडेंट को मैं खास कर कह रहा हूँ, हाँ जो बीमेन है, जो लड़कियां हैं, जो ये देखिए कैसे बोल रहे हैं, हम बताइए। मेरी लेटेस्ट रसीद 2022 दी है, ਤੁਸੀਂ ਆਪ ਸੋਚੋ ਇਹ ਕਿੰਨੀ लेक्चर है स्टूडेंट के लिए। ਸਰ ਲੇਟੈਸਟ ਰਸੀਦ ਮੇਰੀ 2022 ਦੀ ਹੈ, डिस्ट्रिक्ट बार एसोसिएशन ਦੀ इशू की हुई है। मैं कोई आलू बेचने वाली नहीं है। देखो पेन और कॉपी ले लीजिए और नोट कीजिए, पहले से लिख लिए, स्टार्टिंग से इनकी सारी स्पीच सुनिए और इनके पॉइंट नोट कीजिए। मैं डिस्ट्रिक्ट बार एसोसिएशन की मैंबर हूँ और लेटेस्ट मेरी जी 2021 च प्रधान ने पर्चा दर्ज करने तो बाद मैंबरशिप की फीस लैनी बंद करती सी, ये कह के बंद की सी कि 15 साल के पुराने पैसे भी अपने वापस लै जा, जिहदे ते हाई कोर्ट ने स्टे किया कि जे तुसीं 15 साल के पैसे वापस लो तो जिहड़ी कुड़ी ने वोटां पाईयां वो कित्थे जाणगियां। इस लिए हाई कोर्ट ने स्टे लाया कि 15 साल के कोई पैसे वापस नहीं लेने, ये फर्दर पैसे जमा करो। और इस ऑर्डर के बेस से नवे वाले प्रधान चेतन जी साडे प्रेजिडेंट साहब ने मेरे पैसे जमा किए ने, मैंबरशिप की फीस जमा की है और जो साबित कर दिया है कि मैं लुधियाने बार दी मैंबर हाँ। और हुण मेरी रसीद जिवें बन गई है तो नैचुरली है मेरा मैंबरशिप अगर हैगी हाँ मैं थोड़ा चैम्बर मिल जाना चाहिए वा। अच्छा चलो असीं सर तुसीं खुद सोचो, जिस वक्त मैं चैम्बर ट्रांसफर करन गई सी 10/8/21 नूं, सर आ लेटेस्ट रसीद जिहड़ी है साडे प्रधान जी गुरकिरपाल सिंह गिल वालों कट्टी गई सी। हलो सर आइयो जरा, 14/7/21 की रसीद है सर, ये 14/7/21 की रसीद है सर, ये बार दे प्रेजिडेंट गुरकिरपाल सिंह गिल दे हथों की कट्टी हुई है। ठीक है जी, चलो मैडम जी तुसीं बहुत सच्चे बंदे हो, तुहाडे गल्लां सुन लईआं गुरकिरपाल कोल चलदे असीं। एक मिनट, आ रसीद गुरकिरपाल सिंह गिल वालों कट्टी गई है। हुण तुसीं आप सोचो उस वक्त मैं बार दी मैंबर सी और मैं रो रो के हथ जोड़ जोड़ के इन्हां दियां मिन्नतां कीतियां
ਕਿ ਸਰ ਆ ਲਓ ਮੇਰੀ ਫੀਸ, ਮੇਰੇ ਪੈਸੇ ਜਮ੍ਹਾਂ ਕਰੋ, ਮੈਂ ਬਾਰ ਦੀ ਮੈਂਬਰ ਹਾਂ। ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਮੈਂ ਬਾਰ ਦੀ ਮੈਂਬਰ ਸੀ, ਸਾਰਾ ਕੁਝ ਮੇਰਾ ਠੀਕ ਠਾਕ ਸੀ, ਫਿਰ ਮੈਨੂੰ ਆਪਣੀ ਰੋਂਦੀ ਦੀ ਵੀਡੀਓ ਬਣਾ ਕੇ ਇਹ ਕਿਉਂ ਕਹਿਣਾ ਪਿਆ ਕਿ ਮੇਰੇ ਨਾਲ ਇਲੀਗਲ ਡਿਮਾਂਡ ਕੀਤੀ? ਤੁਸੀਂ ਖੁਦ ਸੋਚੋ, ਇਹਨਾਂ ਨੂੰ ਟੈਂਪਰਿੰਗ ਕਰਨ ਦੀ ਕੀ ਲੋੜ ਪਈ ਸੀ? ਜੇ ਇਹਨਾਂ ਦੀ ਇਲੀਗਲ ਡਿਮਾਂਡ ਨਹੀਂ ਸੀ, ਮੇਰੇ ਕੋਲ ਆਪਣੀ ਮੇਰੀ ਮੈਂਬਰਸ਼ਿਪ ਦੀ ਫੀਸ, ਜਿਹੜੀ ਟਰਾਂਸਫਰ ਦੀ ਫੀਸ ਲੈਂਦੇ, ਮੇਰੇ ਜਿਹੜੇ ਕਾਗਜ਼ ਨਾਮ ਖਰੀਦੇ ਹੋਏ ਸੀ ਕਾਗਜ਼ ਚੈਂਬਰ ਦੇ 327 ਦੇ, ਜਿਹਦੇ ਤੇ ਹਾਈ ਕੋਰਟ 'ਚ ਵੀ ਸਟੇ ਲੱਗਿਆ, ਤਾਂ ਫਿਰ ਉਹ ਜਿਹੜੇ ਆ ਮੇਰਾ ਨਾਮ ਟਰਾਂਸਫਰ ਕਰ ਦਿੰਦੇ। ਇਹਨਾਂ ਨੇ ਕੀ ਕੀਤਾ, ਮੈਨੂੰ ਜੇਲ੍ਹ 'ਚ ਭੇਜ ਕੇ ਪਿੱਛੋਂ ਮੇਰੇ ਤਾਲੇ ਤੋੜ ਕੇ ਸਮਾਨ ਸਾਰਾ, ਇਹਨਾਂ ਨੇ ਮੈਨੂੰ ਜੇਲ੍ਹ ਦੇ ਵਿੱਚ, ਮੈਂ ਦੱਸਦੀ ਹਾਂ, ਮੈਂ 10 ਤਰੀਕ ਨੂੰ ਸਰ ਚੈਂਬਰ ਲਿਆ, 12 ਨੂੰ ਇਹਨਾਂ ਨੇ ਮੇਰੇ ਤੇ FIR ਰਜਿਸਟਰਡ ਕਰਾਤੀ। ਮੈਂ ਇਹਨਾਂ ਕੋਲ 10 ਨੂੰ ਚੈਂਬਰ ਲੈ ਕੇ ਟਰਾਂਸਫਰ ਕਰਾਉਣ ਲਈ ਚਲੀ ਗਈ। ਮੈਂ ਕਿਹਾ ਸਰ ਮੈਂ ਚੈਂਬਰ ਲੈ ਲਿਆ ਵਾ, ਤੁਹਾਡੇ ਸਾਹਮਣੇ ਜਿਹੜਾ ਚੈਂਬਰ ਮੇਰੇ ਨਾਮ ਤੇ ਟਰਾਂਸਫਰ ਕਰੋ। ਇਹਨਾਂ ਨੇ FIR, ਇਹਨਾਂ ਨੇ ਮੈਂ ਜਦੋਂ ਚੈਂਬਰ ਟਰਾਂਸਫਰ ਕਰਨ ਲੱਗੀ, ਇਹਨਾਂ ਦੀਆਂ ਮੈਂ ਮਿੰਨਤਾਂ ਕੀਤੀਆਂ, ਸਰ ਮੇਰਾ ਚੈਂਬਰ, ਇਹਨਾਂ ਨੇ ਮੇਰੇ ਕੋਲ ਇਲੀਗਲ ਡਿਮਾਂਡ ਕੀਤੀ ਸੀ 50,000 ਪਲੱਸ ਇੱਕ ਇਲੀਗਲ ਡਿਮਾਂਡ ਸੀ। ਮੈਂ ਇਹਨਾਂ ਨੂੰ ਕਿਹਾ ਕਿ ਇੱਦਾਂ ਦਾ ਮੈਂ ਜੋ ਤੁਹਾਡੀ ਇਲੀਗਲ ਡਿਮਾਂਡ ਹੈ ਮੈਂ ਤਾਂ ਪੂਰੀ ਨਹੀਂ ਕਰਨੀ ਹੈ, ਜਿਹੜੀ ਜੈਨੂਅਨ ਫੀਸ ਬਣਦੀ ਹੈ ਮੈਂ ਤੁਹਾਨੂੰ ਦੇਣ ਨੂੰ ਰੈਡੀ ਹਾਂ। ਇਹਨਾਂ ਨੇ ਮੇਰੀ ਇੱਕ ਗੱਲ ਨਹੀਂ ਸੁਣੀ, ਉਲਟਾ ਮੈਨੂੰ ਗਲਤ ਇਹਨਾਂ ਨੇ ਡਿਮਾਂਡਾਂ ਕੀਤੀਆਂ, ਜਿਸ ਤੋਂ ਮੈਂ ਦੁਖੀ ਹੋ ਕੇ ਮੈਂ ਪਹਿਲਾਂ ਪੁਲਿਸ ਨੂੰ ਬੁਲਾਇਆ, 5 ਨੰਬਰ ਵਾਲੇ ASI ਨੂੰ। ਜਦੋਂ ਮੇਰੀ ਕੋਈ ਇਹਨਾਂ ਨੇ ਗੱਲ ਨਹੀਂ ਸੁਣੀ, ਮੈਂ ਹਾਰ ਕੇ ਦੁਖੀ ਹੋ ਕੇ ਆਪਣੀ ਹੈਲਪ ਦੇ ਲਈ ਮੈਂ ਵੀਡੀਓ ਬਣਾ ਕੇ CP ਸਾਹਿਬ ਦੇ WhatsApp ਤੇ ਪਾਈ। ਵੀਡੀਓ ਦੇ ਬੇਸ ਤੇ ਕਹਿੰਦੇ ਬਲੈਕਮੇਲ ਕਰਕੇ ਚੈਂਬਰ ਨੂੰ ਟਰਾਂਸਫਰ ਕਰਾਉਣਾ ਚਾਹੁੰਦੀ ਸੀ। ਇਹ ਤਾਂ ਲੁਧਿਆਣੇ ਬਾਰ ਦੀ ਮੈਂਬਰ ਹੀ ਨਹੀਂ ਹੈ ਸਾਲ 2012 ਤੋਂ। ਮੈਂ ਇਹਨਾਂ ਨੇ ਮੈਨੂੰ ਇਮੀਡੀਏਟ ਸੇਮ ਡੇ 12 ਤਰੀਕ ਨੂੰ 41A ਦਾ ਨੋਟਿਸ ਨਹੀਂ ਦੇਣ ਦਿੱਤਾ, ਜਿਹੜਾ ਕਿ 7 ਸਾਲ ਤੋਂ ਘੱਟ ਦਾ ਅਗਰ ਕ੍ਰਾਈਮ ਹੋਵੇ ਤਾਂ ਉਹਦੇ 'ਚ ਪਹਿਲਾਂ ਨੋਟਿਸ ਦੇਣਾ ਪੈਂਦਾ। ਇਹਨਾਂ ਨੇ ਮੈਨੂੰ ਇਮੀਡੀਏਟ ਅਰੈਸਟ ਕਰਾਇਆ। ਕਿੰਨੇ ਦਿਨ ਦੇ ਫਿਰ ਇਹਨਾਂ ਨੇ ਮੈਨੂੰ ਅਰੈਸਟ ਕਰਾ ਕੇ ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ ਤੇ ਇਹਨਾਂ ਨੇ ਇਹ ਪਰਚਾ ਦਰਜ ਕਰਾਇਆ, ਮੈਂ ਜੱਜ ਸਾਹਿਬ ਦੇ ਮੂਹਰੇ ਮੈਨੂੰ ਪੇਸ਼ ਕੀਤਾ। ਮੈਂ ਪੇਸ਼ ਹੋਣ ਤੋਂ ਬਾਅਦ ਜੱਜ ਸਾਹਿਬ ਨੂੰ ਕਿਹਾ, ਮੈਂ ਕਿਹਾ ਜੱਜ ਸਾਹਿਬ ਤੁਸੀਂ ਆਪ ਸੋਚੋ, ਜੇ ਮੈਂ ਲੁਧਿਆਣੇ ਬਾਰ ਦੀ ਮੈਂਬਰ ਨਹੀਂ ਆ ਫਿਰ ਤਾਂ ਮੈਂ ਵੋਟਾਂ ਨਹੀਂ ਪਾ ਸਕਦੀ ਸੀਗੀ। ਸਰ ਆ ਮੇਰੀ ਆਖਰੀ ਰਸੀਦ ਹੈ ਜਿਹੜੀ ਪ੍ਰਧਾਨ ਜੀ ਨੇ 1 ਮਹੀਨੇ ਪਹਿਲਾਂ ਕੱਟੀ ਹੈ ਲੁਧਿਆਣੇ ਬਾਰ ਦੀ, ਔਰ ਉਸ ਤੋਂ ਇਲਾਵਾ ਇਹ ਰਸੀਦ ਤੋਂ ਇਲਾਵਾ ਮੈਂ ਵੋਟਾਂ ਪਾਈਆਂ ਸੀ। ਇਹਨਾਂ ਤੋਂ ਵੋਟਰ ਲਿਸਟਾਂ ਰਿਕਵਰ ਕਰੋ। ਮੈਂ ਆਪਣੇ ਰਿਮਾਂਡ ਦੇ ਦੌਰਾਨ ਜੱਜ ਸਾਹਿਬ ਦੀ ਜਿਮਨੀ ਪਵਾ ਕੇ ਇਹਨਾਂ ਕੋ ਵੋਟਰ ਲਿਸਟਾਂ ਰਿਕਵਰ ਕਰਾਈਆਂ, ਆਪਣੀ ਰਸੀਦ ਇਹਨਾਂ ਤੋਂ ਰਿਕਵਰ ਕਰਾਈ। ਇਹਨਾਂ ਨੇ ਜਿਹੜੇ 2012 ਤੋਂ ਕਹਿੰਦੇ ਅਸੀਂ ਡਿਸਮੈਂਬਰ ਕੀਤਾ ਗਿਆ ਵਾ, ਉਹਦੇ ਇੱਕ ਜਾਲੀ ਨੋਟਿਸ ਸੀਗਾ, ਨਾ ਤਾਂ ਉਹਨਾਂ ਨੇ ਅੱਜ ਤੱਕ ਕਦੀ ਪੁਲਿਸ ਨੂੰ ਉਹਦਾ ਓਰੀਜਨਲ ਦਿੱਤਾ। ਇੱਕ ਫੋਟੋ ਕਾਪੀ ਦੇ ਬੇਸ ਤੇ ਇਹਨਾਂ ਨੇ ਪਰਚਾ ਦਰਜ ਕਰਾਇਆ। ਉਸ ਫੋਟੋ ਕਾਪੀ ਨੂੰ ਸਾਬਿਤ ਕਰਨ ਦੇ ਲਈ ਇਹਨਾਂ ਨੇ ਵੋਟਰ ਲਿਸਟਾਂ ਨਾਲ ਜਿਹੜੀ ਅਪਰੂਵ ਕੀਤੀ ਹੋਈ ਸੀ ਉਹਨਾਂ ਨਾਲ ਟੈਂਪਰਿੰਗ ਕਰਤੀ, ਤਾਂ ਕਿ ਸਾਬਿਤ ਕਰ ਸਕਦੇ ਕਿ ਰਚਨਾ ਲੁਧਿਆਣੇ ਬਾਰ ਦੀ ਮੈਂਬਰ ਨਹੀਂ ਹੈ। ਜੇ ਮੈਂ ਬਾਰ ਦੀ ਮੈਂਬਰ ਨਹੀਂ ਸੀ ਫਿਰ ਮੈਂ ਵੋਟ ਨਹੀਂ ਪਾ ਸਕਦੀ ਸੀ, ਇਸ ਲਈ ਇਹਨਾਂ ਨੇ ਟੈਂਪਰਿੰਗ ਕੀਤੀ। ਔਰ ਉਸ ਤੋਂ ਬਾਅਦ ਮੈਨੂੰ ਜੇਲ੍ਹ ਭੇਜਿਆ, ਪਿੱਛੋਂ ਮੇਰੇ ਤਾਲੇ ਤੋੜ ਕੇ ਮੇਰੇ ਚੈਂਬਰ ਦੇ ਜਿਹੜੇ ਸਾਰੇ ਸਮਾਨ ਸਮੂਨ ਖੁਰਦ-ਬੁਰਦ ਕਰਤਾ। ਖੁਰਦ-ਬੁਰਦ ਕਰਨ ਤੋਂ ਬਾਅਦ ਇਹਨਾਂ ਨੇ ਉਹ ਮੇਰਾ ਜਿਹੜਾ ਚੈਂਬਰ ਹੈ ਇਲੀਗਲ ਫਰਜ਼ੀ ਕਾਗਜ਼ ਤਿਆਰ ਕਰਕੇ, ਮੈਨੂੰ ਨਹੀਂ ਪਤਾ ਕਿਹਦੇ ਨਾਮ ਟਰਾਂਸਫਰ ਕਰਤਾ। ਮੈਂ ਤਾਂ ਹਾਈ ਕੋਰਟ 'ਚੋਂ ਸਟੇ ਲਿਆ ਹੋਇਆ ਆਪਣੇ ਕੇਸ, ਮੇਰਾ ਕੇਸ ਹਾਈ ਕੋਰਟ 'ਚ ਚੈਂਬਰ ਦਾ ਚੱਲ ਰਿਹਾ। ਜਦ ਮੈਂ ਚੈਂਬਰ ਖਰੀਦ ਹੀ ਲਿਆ, ਤੁਸੀਂ ਮੇਰੇ ਤੇ FIR ਦਰਜ ਕਰਾਤੀ ਕਿ ਇਹ ਸਾਡੇ ਕੋਲ ਟਰਾਂਸਫਰ ਕਰਨ ਦੇ ਲਈ ਆਈ ਸੀ। ਫਿਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਿ ਚੈਂਬਰ ਤਾਂ ਮੇਰੇ ਨਾਮ ਤੇ ਸੀ, ਹੁਣ ਲਿਖ ਕੇ ਦਿੰਦੇ ਕਹਿੰਦੇ ਚੈਂਬਰ ਉਹਨੇ ਫਲਾਣੀ ਨੇ ਸਾਡੇ ਰਿਸ਼ਤੇਦਾਰ ਨੂੰ ਦੇਤਾ। ਹੁਣ ਤੁਸੀਂ ਆਪ ਸੋਚੋ ਸਰ, ਜੇ ਮੈਂ ਬਾਰ ਦੀ ਮੈਂਬਰ ਵੀ ਸੀ, ਸਾਰਾ ਸਮਾਨ ਮੇਰੇ ਕੋਲ ਸੀਗਾ, ਫਿਰ ਤੁਸੀਂ ਮੇਰੇ ਨਾਮ ਟਰਾਂਸਫਰ ਕਿਉਂ ਨਹੀਂ ਕੀਤਾ? ਟਰਾਂਸਫਰ ਕਰਨ ਦੀ ਬਜਾਏ ਤੁਸੀਂ ਟੈਂਪਰਿੰਗ ਕਿਉਂ ਕੀਤੀ? ਕਿਉਂਕਿ ਤੁਸੀਂ ਇਸ ਚੈਂਬਰ ਤੇ ਨਿਗਾਹ ਰੱਖ ਕੇ ਬੈਠੇ ਸੀ, ਔਰ ਤੁਸੀਂ ਮੈਨੂੰ ਜਾਣਬੁੱਝ ਕੇ ਜੇਲ੍ਹ 'ਚ ਭੇਜ ਕੇ ਇਸ ਫਰਜ਼ੀ ਕੇਸ ਦੇ ਵਿੱਚ ਪੁਲਿਸ ਨੂੰ ਬੇਵਕੂਫ ਬਣਾਇਆ। ਡਿਵੀਜ਼ਨ ਨੰਬਰ 5 ਦੀ ਪੁਲਿਸ ਨੂੰ ਬੇਵਕੂਫ ਬਣਾਇਆ। ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦੀ ਅਪਰੂਵ ਕੀਤੀ ਵੋਟਰ ਲਿਸਟ ਨਾਲ ਟੈਂਪਰਿੰਗ ਕਰਕੇ ਤੁਸੀਂ ਪ੍ਰੋਫੈਸ਼ਨਲ ਮਿਸਕੰਡਕਟ ਕੀਤਾ। ਤੁਸੀਂ ਵਕੀਲਾਂ ਦੀ ਲਾਈਫ ਨਾ ਖੇਲਿਓ। ਅੱਜ ਦੇ ਟਾਈਮ 'ਚ 2 ਵੋਟਰ ਲਿਸਟਾਂ ਲੱਗੀਆਂ ਨੇ, ਇੱਕ ਬਿਸ਼ਨ ਸਰੂਪ ਜੱਜ ਸਾਹਿਬ ਦੀ ਕੋਰਟ ਦੇ ਵਿੱਚ ਲੱਗੀ ਹੈ, ਦੂਸਰੀ ਵੋਟਰ ਲਿਸਟ ਆਸ਼ੀਮਾ ਸ਼ਰਮਾ ਮੈਡਮ ਦੀ ਕੋਰਟ 'ਚ ਲੱਗੀ ਹੈ। ਇੱਕ 'ਚ ਮੇਰਾ ਨਾਮ ਹੈ ਨਹੀਂ, ਇੱਕੋ ਸਾਲ ਦੀ 2019 ਵਿੱਚ, ਇੱਕ ਦੂਜੀ ਵਾਰੀ ਜਿਹੜੀ ਬਿਸ਼ਨ ਸਰੂਪ ਜੱਜ ਸਾਹਿਬ ਦੀ 2019 ਵਿੱਚ ਲੱਗੀ ਉਹਦੇ 'ਚ ਮੇਰਾ ਨਾਮ ਵੀ ਹੈ, ਮੇਰੀਆਂ ਫੋਟੋਆਂ ਵੀ ਹੈ, ਮੇਰੀ ਪੈਨ ਡਰਾਈਵ ਵੀ ਹੈ, ਔਰ ਆਰਓਆਂ ਦੇ ਕੇਸ ਲੱਗਿਆ ਹੋਇਆ ਹੈ ਕਿ ਹਾਂ ਵੀ ਇਹ ਸਾਰੇ ਆਰਓਆਂ ਨੇ ਮਿਲ ਕੇ ਵੋਟ ਪਾਈ। ਪ੍ਰਧਾਨ ਜੀ ਹੱਥ ਜੋੜ ਕੇ ਬੇਨਤੀ ਹੈ, ਕਿਉਂ ਕਿਸੇ ਦੀ ਜ਼ਿੰਦਗੀ ਨਾਲ ਖੇਲ ਰਹੇ ਹੋ? ਅੱਜ ਸਾਰੀ ਦੁਨੀਆ ਨੂੰ ਪਤਾ ਹੈ ਕਿ ਵੋਟਰ ਲਿਸਟ ਨਾਲ ਛੇੜਖਾਨੀ ਹੋਈ ਹੈ। ਵੋਟਰ ਲਿਸਟ ਨਾਲ ਛੇੜਖਾਨੀ ਹੋਈ ਕਿਉਂਕਿ ਜੇ ਵੋਟਰ ਲਿਸਟ ਕੱਲੀ ਨਹੀਂ, ਮੇਰੀ ਪੈਨ ਡਰਾਈਵ ਬਣੀ ਸੀ ਵੋਟਾਂ ਪਾਉਂਦਿਆਂ ਦੀ, ਜਿਹਦੀ ਕਿ ਤੁਸੀਂ ਇਲੈਕਸ਼ਨ ਪਟੀਸ਼ਨ 'ਚ ਐਫੀਡੇਵਿਟ ਖੁਦ ਦਿੱਤਾ ਹੋਇਆ ਹੈ। ਬਾਰ ਕੌਂਸਲ ਦਿੱਲੀ 'ਚ ਲੱਗੀ ਹੋਈ ਹੈ ਜਿਹੜੀ ਕਿ ਐਫੀਡੇਵਿਟ ਜਿਹਨਾਂ ਤੁਸੀਂ ਕਿਹਾ ਸੀ ਕੋਈ ਵੀ ਵੋਟ ਜਾਲੀ ਨਹੀਂ ਹੈ, ਔਰ 3111 ਬੰਦਿਆਂ ਦੀ ਵੋਟਰ ਲਿਸਟ ਸੀਗੀ ਜਿਹੜੀ ਇਲੈਕਸ਼ਨ ਪਟੀਸ਼ਨ 'ਚ, ਜਿਹਦੇ 'ਚ ਤੁਸੀਂ ਐਫੀਡੇਵਿਟ ਦਿੱਤੇ ਆ, ਔਰ ਤੁਸੀਂ ਮੇਰੇ ਪਰਚੇ ਦੇ ਵਿੱਚ 3069 ਬੰਦਿਆਂ ਦੀ ਜਾਲੀ। ਚਲੋ ਮੈਡਮ ਜੀ ਬਹੁਤ ਲੰਬੀ ਗੱਲਬਾਤ ਹੋ ਚੱਲੀ ਹੈ, ਮੈਂ ਥੋੜਾ ਤੁਹਾਡੇ ਕੋਲ ਸਮਝ ਆਵਾਂਗਾ ਤੇ ਬਹੁਤ ਗੱਲਾਂ ਕਰ ਲਈਆਂ। ਮੈਂ ਹੁਣ ਦੇਖੋ ਮਿਲ ਗਿਆ ਤਾਂ ਮੈਂ ਜਾਣੇ ਦਫ਼ਤਰ ਕੇ ਤੀਜੀ ਫਲੋਰ ਤੇ ਗੁਰੂ ਕਿਰਪਾਲ। ਤੁਸੀਂ ਪਹਿਲਾਂ ਸੁਖਵਿੰਦਰ ਸਿੰਘ ਭਾਟੀਆ ਸਰ ਨੂੰ ਪੁੱਛੋ ਕਿ ਜੇ ਇਹ ਕੁੜੀ ਬਾਹਰ ਦੀ ਮੈਂਬਰ ਸੀ, ਉਹਦੀ ਲੇਟੈਸਟ ਰਸੀਦ ਵੀ ਤੇ ਤੇਰੀ ਚਲੋ ਆਪਾਂ ਦੋਵਾਂ ਨੂੰ ਮਿਲਾਂਗੇ। ਚਲੋ ਹੁਣ ਚੱਲਦੇ ਆਂਗੇ, ਬਹੁਤ ਗੱਲਾਂ ਕੀਤੀਆਂ ਤੁਸੀਂ। ਤੇ ਬੇਲ ਕਿੰਨੇ ਦਿਨ ਬਾਅਦ ਬੇਲ ਹੋਈ ਤੁਹਾਡੀ? ਮੇਰੀ 14 ਦਿਨ ਲੱਗੇ ਸੀ। 14 ਦਿਨ ਜਾਨੀ ਕਿ ਸਰ ਆ ਕੇ ਸਰ ਅਸੀਂ ਕੀ ਕੀਤਾ, ਸਾਰਾ ਆਪਣਾ ਰਿਕਾਰਡ ਇਕੱਠਾ ਕੀਤਾ, ਪੁਲਿਸ ਨੂੰ ਕੰਪਲੇਂਟਸ ਮੂਵ ਕੀਤੀਆਂ। ਇਹਨਾਂ ਨੇ ਕੀ ਕੀਤਾ, ਪੁਲਿਸ ਨੂੰ ਅਲੱਗ-ਅਲੱਗ ਜਗ੍ਹਾ ਡਿਫਰੈਂਟ ਬਿਆਨ ਦਿੱਤੇ। ਇੱਕ ਜਗ੍ਹਾ ਤੇ ਕੋਈ ਬਿਆਨ ਦੇਤਾ, ਇੱਕ ਜਗ੍ਹਾ ਤੇ ਕੋਈ ਬਿਆਨ ਦਿੱਤਾ। ਮਤਲਬ ਕਹਿਣ ਦਾ ਇਹ ਹੈ, ਇਹ ਕੀ ਕਰਦਾ, ਮੌਕੇ ਦੇ ਹਿਸਾਬ ਨਾਲ ਬਿਆਨ ਬਦਲਦਾ ਹੈ।
ਹੁਣ ਜਿਹੜੀ ਪੁਲਿਸ ਨੂੰ ਕੰਪਲੇਂਟ ਦਿੱਤੀ ਹੈ ਉਹਦੇ 'ਚ ਕਹਿੰਦਾ 2012 ਤੋਂ ਰਚਨਾ ਡਿਸਮੈਂਬਰ ਕੀਤੀ ਹੋਈ ਸੀਗੀ, ਇਹਦੀਆਂ ਕੰਪਲੇਂਟਸ ਆਈ। ਅੱਜ ਤੱਕ ਕਿਹੜੀ ਕੰਪਲੇਂਟ ਹੈ? ਤੁਸੀਂ ਮੈਨੂੰ ਸਰਟੀਫਾਈਡ ਕਾਪੀ ਦਿਓ। ਫੋਟੋ ਕਾਪੀਆਂ ਨੂੰ ਕੌਣ ਕੰਪਲੇਂਟ ਮੰਨਦਾ? ਪਹਿਲਾਂ ਮੈਨੂੰ ਇਹ ਦੱਸੋ ਕੀ ਐਕਸ਼ਨ ਕੀ ਲਿਆ ਗਿਆ? ਤੁਸੀਂ ਕਹਿੰਦੇ ਹੋ ਮੇਰਾ ਲਾਇਸੈਂਸ ਸਸਪੈਂਡ ਹੋਇਆ। ਇੱਕ ਮੇਰੀ ਗੱਲ ਸੁਣ ਲਓ, ਜਿਹੜੇ ਕੇਸਾਂ 'ਚ ਬਾਰ ਕੌਂਸਲ 'ਚ ਕੰਪਲੇਂਟਾਂ ਕੀਤੀਆਂ ਗਈਆਂ ਸੀ ਉਹ ਸਾਰੇ ਕੇਸਾਂ 'ਚ ਪੁਲਿਸ ਦੁਆਰਾ FIR ਰਜਿਸਟਰਡ ਕੀਤੀ ਗਈ ਹੈ। ਉਹਨਾਂ ਵਿੱਚ ਜਿਹੜੇ ਵਕੀਲ ਵਿੱਚ ਕੇਸਾਂ ਨੂੰ ਲੜਦੇ ਸੀ ਪੁਲਿਸ ਨੇ ਉਹਨਾਂ ਨੂੰ ਨਾਮਜ਼ਦ ਕੀਤਾ ਵੈ। ਔਰ ਮੇਰੇ ਕੇਸ ਜਿਹੜੇ ਵੀ ਹੈ ਉੱਪਰੋਂ ਹਾਈ ਕੋਰਟ 'ਚ ਇਸੇ ਲਈ ਸਟੇ ਲੱਗੇ ਸੀਗੇ, ਬਾਰ ਕੌਂਸਲ ਆਫ ਇੰਡੀਆ 'ਚ ਇਸੇ ਲਈ ਸਟੇ ਲੱਗੇ ਸੀਗੇ। ਮੇਰਾ ਕੋਈ ਕਸੂਰ ਨਹੀਂ ਸੀ। ਔਰ ਇਸ ਕੇਸ ਦੇ ਵਿੱਚ ਵੀ ਮੈਂ ਤੁਹਾਨੂੰ ਬਰੀ ਹੋ ਕੇ ਦਿਖਾਉਂਗੀ ਕਿ ਤੁਸੀਂ ਮੇਰੇ ਨਾਲ ਗਲਤ ਕੀਤਾ ਔਰ ਤੁਸੀਂ ਮੇਰੀ ਵੋਟਰ ਲਿਸਟ ਨਾਲ ਟੈਂਪਰਿੰਗ ਕਰਕੇ ਮੈਨੂੰ ਇੱਕ। ਅੱਛਾ ਮੈਡਮ ਜੀ ਦੱਸੋ ਕਿੰਨੇ ਸਾਲ ਹੋ ਗਏ ਕੇਸ ਚੱਲਦੇ ਨੂੰ? ਸਰ 2021 ਦਾ ਚੱਲਦਾ। 2021 2 ਸਾਲ ਹੋ ਗਏ ਕੇਸ ਚੱਲਦੇ ਨੂੰ। ਗੱਲ ਕੋਈ ਨਹੀਂ ਹੈਗੀ। ਇਹਨਾਂ ਦਾ ਵੋਟਰ ਲਿਸਟ 'ਚ ਨਾਂ ਨਹੀਂ ਸੀ, ਨਾ ਹੈਗਾ ਸੀਗਾ, ਚੈਂਬਰ ਸੀਗਾ। 3 ਗੱਲਾਂ ਨੂੰ ਘਸੀੜਦੇ ਅਸੀਂ ਕਿੱਥੇ ਲੈ ਆਏ ਗੱਲਾਂ ਨੂੰ ਕਸ਼ਤੀ ਬਈ ਆਹ ਸਾਡੀਆਂ ਅਦਾਲਤਾਂ ਨੇ, ਆਹ ਵਕੀਲ ਨੇ ਤੇ ਆਹ ਸਿਸਟਮ ਆ। ਸਰ ਮੈਂ ਇੱਕ ਚੈਂਬਰ ਲੈ ਲਿਆ। ਸਰ ਰੋਲਾ ਉਦੋਂ ਪਿਆ ਜਦੋਂ ਮੈਂ ਪ੍ਰਧਾਨ ਜੀ ਦੇ ਸਾਹਮਣੇ ਚੈਂਬਰ ਲੈ ਲਿਆ। ਬਾਹਰ ਕੱਢਤਾ ਬਸ। ਨਹੀਂ ਸਰ ਤੁਹਾਨੂੰ ਕਹਾਣੀ ਨਹੀਂ ਪਤਾ। ਉਹ ਕਹਾਣੀ ਸਰ ਰੋਲਾ ਇਹ ਹੈ ਕਿ ਮੈਂ ਜਦੋਂ ਚੈਂਬਰ ਲਿਆ ਉਦੋਂ ਹੀ ਸਰ ਨਵੀਂ ਵੋਟਰ ਲਿਸਟ ਜਾਲੀ ਤਿਆਰ ਹੋ ਗਈ। ਉਸ ਤੋਂ ਬਸ ਤੁਹਾਡੇ ਚੈਂਬਰ ਦਾ ਪੰਗਾ ਪਿਆ। ਉਸ ਤੋਂ ਪਹਿਲਾਂ ਸਰ ਉਹੀ ਵੋਟਰ ਲਿਸਟ ਜਿਹੜੀ ਕਿ ਉਸ ਤੋਂ ਪਹਿਲਾਂ ਉਹ ਵਾਲੀ ਵੋਟਰ ਲਿਸਟ ਜਿਹਦੇ 'ਚ ਮੇਰਾ ਨਾਮ ਸੀ, ਪ੍ਰਧਾਨ ਜੀ ਦਿੱਲੀ ਤੱਕ ਐਫੀਡੇਵਿਟ ਦਈ ਬੈਠੇ ਨੇ ਕਿ ਉਹ ਵੋਟਰ ਲਿਸਟ ਸਹੀ ਹੈ, ਰਚਨਾ ਦੀ ਵੋਟ ਸਹੀ ਹੈ, ਤਾਂ ਮੇਰੇ ਵਾਲੀ ਵੋਟਰ ਲਿਸਟ ਟੈਂਪਰਿੰਗ ਕਦੋਂ ਤੁਸੀਂ ਕਰਤੀ? ਇਹ ਤਾਂ ਸਾਫ਼ ਕਲੀਅਰ ਹੈ। ਮੈਡਮ ਸਭ ਕੁਝ ਕਲੀਅਰ ਹੈ, ਸਭ ਕੁਝ ਹੋ ਗਿਆ। ਚੈਂਬਰ ਦਾ ਰੇਟ ਕਿੰਨਾ ਸੀ? 60-70 ਲੱਖ ਰੁਪਏ। ਵੈਸੇ ਰੇਟ ਕੀ ਚੱਲਦਾ ਵਾ ਚੈਂਬਰ ਦਾ? 60-70 ਲੱਖ ਰੁਪਏ ਸਰ ਵਟਐਵਰ ਜੋ ਵੀ ਰੇਟ ਚੱਲਦਾ ਹੈ ਵੈਸੇ ਰੀਜਨਲ ਹੈ ਤੁਹਾਡਾ ਅੰਦਾਜ਼ਾ। ਸਰ ਪਤਾ ਨਾ ਪੁੱਛ ਲਾਂ ਕਿਸੇ ਨੂੰ। ਸਰ ਪ੍ਰੋਬਲਮ ਪਤਾ ਕੀ ਚੀਜ਼, ਜੋ ਵੀ ਰੇਟ ਚੱਲਦਾ ਅਸੀਂ ਆਪਣੇ ਮੂੰਹੋਂ ਕੁਝ ਨਹੀਂ, ਇਹ ਸਾਡੀ ਆਪਣੀ ਹੈਡੇਕ ਹੈ। ਜਿੰਨੂੰ ਜਿੰਨੇ ਦਾ ਪੁੱਗਦਾ ਅਗਲਾ ਲੈ ਲੈਂਦਾ ਹੈਗਾ ਵਾ। ਪ੍ਰੋਬਲਮ ਇਹ ਹੈ ਸਰ, ਇਸ ਕੁੜੀ ਦਾ ਰੋਲਾ ਪ੍ਰਧਾਨ ਜੀ ਨੇ ਚੱਕਿਆ, ਇੰਨੀ ਦੂਰ ਤੱਕ ਪਰਚਾ ਦਰਜ ਕਰਾਇਆ, ਸੇਮ ਡੇ ਪਰਚਾ ਦਰਜ ਕਰਾਇਆ। ਸ਼ਾਮ ਨੂੰ ਕਿਉਂ ਅਰੈਸਟ ਕਰਾਇਆ? ਕਿਉਂਕਿ ਮੇਰੇ ਤਾਲੇ ਤੋੜਨੇ ਸੀ ਜਿਹੜੇ ਕਿ ਇਹਨਾਂ ਨੇ ਤੋੜਤੇ। ਉਸ ਤੋਂ ਬਾਅਦ ਤੁਸੀਂ ਖੁਦ ਸੋਚੋ, ਜੇ ਸਾਰੇ ਪੈਸੇ ਮੈਂ ਦੇ ਕੇ ਆਪਣੇ ਨਾਮ ਚੈਂਬਰ ਲੈ ਲਿਆ, ਲੈ ਕੇ ਤੁਹਾਡੇ ਕੋਲ ਟ੍ਰਾਂਸਫਰ ਕਰਾਣਾ ਹੀ, ਫਿਰ ਤੁਹਾਨੂੰ ਪਤਾ ਸੀ ਫਿਰ ਮੇਰੀ ਜੇਲ੍ਹ 'ਚ ਬੈਠੀ ਨੂੰ ਤੁਸੀਂ ਆਪਣੇ ਰਿਸ਼ਤੇਦਾਰ ਦੇ ਨਾਮ ਤੇ ਟ੍ਰਾਂਸਫਰ ਕਿੱਦਾਂ ਕਰ ਲਿਆ? ਓਏ ਬਈ ਬੱਲਿਆ ਸਾਜ਼ਿਸ਼ ਹੈ। ਅੱਜ ਤਾਂ ਤੁਸੀਂ, ਮੈਂ ਤੁਹਾਨੂੰ ਸਿਰਫ ਇੰਨੀ ਕੁ ਗੱਲ ਕਹਿਨੀ ਆ, ਪ੍ਰਧਾਨ ਜੀ ਥੋੜੇ ਟਾਈਮ ਪੀਰੀਅਡ ਲਈ ਸਾਇਲੈਂਟ ਨੇ। ਇਸ ਲਈ ਸਾਇਲੈਂਟ ਨੇ ਕਿਉਂਕਿ ਉਹਨਾਂ ਨੂੰ ਪਤਾ ਵੈ ਕਿ ਹਾਂ ਵੀ ਉਹ ਗਲਤ ਨੇ। ਪ੍ਰਧਾਨ ਜੀ ਇੱਕ ਮਿਹਨਤ ਕਰਦੀਆਂ, ਦੇਖੋ ਕਿਸੇ ਦੀ ਜ਼ਿੰਦਗੀ ਨਾਲ ਨਾ ਖੇਲੋ। ਤੁਸੀਂ ਜੋ ਮੇਰੀ ਜ਼ਿੰਦਗੀ ਨਾਲ ਖੇਲਿਆ, ਤੁਸੀਂ ਇੱਕ ਫੋਰਜਰੀ ਜਿਹੜੀ ਕੀਤੀ ਹੈ ਨਾ, ਅੱਜ ਕਈ ਆਰਓ ਜਿਨ੍ਹਾਂ ਨੇ ਮੇਰੀ ਵੋਟ ਪਵਾਈ ਹੈ ਉਹਨਾਂ ਦੀ ਜ਼ਿੰਦਗੀ ਨਾਲ ਰਿਸਕ ਲੈ ਰਹੇ ਹੋ ਤੁਸੀਂ, ਉਹਨਾਂ ਦੇ ਨਾਲ ਗਲਤ ਕਰ ਰਹੇ ਹੋ। ਕਿਉਂਕਿ ਆਰਓ ਨੇ ਜਿੱਦਣ, ਸੁਣੋ ਮੇਰੀ ਗੱਲ, ਜਿੱਦਣ ਇਹ ਸਾਰਾ ਕਲੀਅਰ ਹੋ ਗਿਆ, ਆਰਓ ਸਾਰੇ ਜਿਹੜੇ ਅੱਜ ਮੇਰੇ ਨਾਲ ਖੜੇ ਨੇ, ਜਿਹੜੇ ਖੁਦ ਕਹਿੰਦੇ ਨੇ ਕਿ ਹਾਂ ਵੀ ਇਹ ਕੁੜੀ ਵੋਟ ਜੈਨੂਅਨ ਸੀ, ਔਰ ਰਸੀਦ ਜਿਹੜੀ ਕੱਟੀ ਗਈ ਉਹ ਸਾਬਿਤ ਕਰਦੀ ਹੈ ਕਿ ਮੈਂ ਤੁਹਾਡੀ ਬਾਰ ਦੀ ਮੈਂਬਰ ਸੀ। ਕਿਉਂ ਸਰ ਪ੍ਰਧਾਨ ਜੀ ਚੈਂਬਰ ਹੀ ਲੈਣਾ ਸੀ, ਮੈਨੂੰ ਉਦਾਂ ਕਹਿ ਦਿੰਦੇ। ਮੈਂ ਤੁਹਾਨੂੰ, ਤੁਸੀਂ ਮੰਗਦੇ ਉਹਨੂੰ ਚਾਹੁੰਦੇ ਕੀ ਹੋ? ਹੁਣ ਚਾਹੁੰਦੇ ਕਿ ਗੱਲ ਖਤਮ ਕਰੋ। ਸਰ ਮੇਰੀ ਕਮਿਸ਼ਨਰ ਸਾਹਿਬ ਅੱਗੇ, ਚਲ ਕਮਿਸ਼ਨਰ ਸਾਹਿਬ ਵੀ ਧਿਆਨ ਦਿਓ ਜੋ ਕੁਝ ਕਹਿ ਰਹੀ ਹੈ ਜੀ। ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ, ਤੁਹਾਨੂੰ ਮੈਂ ਇੱਕ ਕੰਪਲੇਂਟ, ਚਲੋ ਜੀ ਜੋ ਵੀ ਹੈ ਤੇ ਮੈਂ ਉਹ ਕੰਪਲੇਂਟ ਤੁਸੀਂ ਮੇਰੀ ਮਾਰਕ ਕੀਤੀ ਹੈ IPS ਆਫੀਸਰ ਨੂੰ। ਤੁਹਾਨੂੰ ਮੈਂ 2 ਵੋਟਰ ਲਿਸਟਾਂ ਦਿੱਤੀਆਂ ਨੇ, ਨਾਲ ਮੈਂ ਸਾਰੇ ਸਬੂਤ ਦਿੱਤੇ, ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦਾ ਕਾਰਡ ਦਿੱਤਾ ਹੈ। ਅਗਰ ਮੇਰੀ ਕੰਪਲੇਂਟ ਦੇ ਵਿੱਚ 1% ਵੀ ਕੁਝ ਗਲਤ ਹੋਵੇ, ਤੁਸੀਂ ਮੇਰੇ ਤੇ FIR ਰਜਿਸਟਰਡ ਕਰਾ ਕੇ ਮੇਰੇ ਅਗੇਂਸਟ ਬਾਰ ਕੌਂਸਲ 'ਚ ਲਿਖਾ ਦਿਓ, ਜਿੱਥੇ ਮਰਜ਼ੀ ਲਿਖਾ ਦਿਓ। ਚਲੋ ਜੀ ਆਪਾਂ ਗੁਰਕਿਰਪਾਲ ਕੋਲ ਚੱਲਦੇ ਹੈਗੇ ਆ। ਹੁਣ ਮੈਡਮ ਨੇ ਬਹੁਤ ਸਾਰੀਆਂ ਗੱਲਾਂ ਦੱਸੀਆਂ। ਚਲ ਧੰਨਵਾਦ मैडम जी, बहुत टाइम ले लिया तुझे तक। और देखिए इस समय हम डिस्ट्रिक्ट कोर्ट में खड़े हैं। अभी मेरे को एक मैडम मिले थे, वो है एडवोकेट रचना शर्मा। उनका कोई डिस्प्यूट चल रहा है मेंबरशिप का, नॉन मेंबरशिप का। और गुरकिरपाल उस समय प्रेसिडेंट थे जब वो नॉन मेंबर या मेंबर का जो दोष लगा रही है, जो ब्लेम ला रही है, जो टेम्परिंग कह रही है, जो चैम्बर का कह रही है। गुरकिरपाल जी मेरे सामने खड़े हैं। इस टाइम ये प्रेसिडेंट नहीं है, 2 साल प्रेसिडेंट रहे, आजकल प्रेसिडेंट कोई और है। लेकिन उस वक्त का जो मसला है, इन पर अभी जो कह रहे हैं कि इन्होंने जो कुछ किया था, मैं गुरकिरपाल जी पिछली बार एक बार उन्होंने खबर लाई सी ਤੇ ਹੁਣ ਫਿਰ ਮੈਨੂੰ ਰਾਹ 'ਚ ਮਿਲ ਗਿਆ। ਚਲੋ ਅਸੀਂ ਐਜ ਏ ਰਿਪੋਰਟਰ ਜਾਂ ਐਜ ਏ ਕਲੀਗ ਸਮਝੀ ਉਹਨੇ ਗੱਲਾਂ ਸੁਣ ਲਈਆਂ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਹਦੀ ਗੱਲਾਂ ਦੇ ਉੱਤੇ ਜੋ ਕਹਿੰਦੇ ਟੈਂਪਰਿੰਗ ਕੀਤੀ ਮੇਰੀ ਵੋਟਰ ਲਿਸਟ ਦੇ ਉੱਤੇ, ਮੈਨੂੰ ਮੈਂਬਰ ਦਾ ਡਿਸਮੈਂਬਰ ਕਰਤਾ? ਇਹਦੇ ਬਾਰੇ ਕੁਝ ਹੈ? ਇਸ ਤਰ੍ਹਾਂ ਜੀ ਇਹਨਾਂ ਨੂੰ ਮੈਡਮ ਨੂੰ ਜਿਨ੍ਹਾਂ ਦਾ ਤੁਸੀਂ ਨਾਮ ਲਿਆ ਵਾ, ਇਹਨਾਂ ਨੂੰ 2012 ਦੇ ਵਿੱਚ ਜਿਹੜੀ ਉਸ ਸਮੇਂ ਦੀ ਐਗਜ਼ੈਕਟਿਵ ਕਮੇਟੀ ਸੀਗੀ ਤੇ ਉਹਨਾਂ ਨੇ ਉਸ ਵੇਲੇ ਜੋ ਪ੍ਰੋਸੀਜਰ ਨੂੰ ਫੋਲੋ ਕਰਕੇ ਇਹਨਾਂ ਨੂੰ ਡਿਸਮੈਂਬਰ ਕਰ ਦਿੱਤਾ ਸੀ। ਉਸ ਤੋਂ ਬਾਅਦ ਫਿਰ ਵੀ ਇਹ ਮੈਂਬਰਾਂ ਦੇ ਜਿਹੜੇ ਬਾਹਰ ਦੇ ਮੈਂਬਰਸ ਦੇ ਅਗੇਂਸਟ ਹੀ DBA ਦੇ ਅਗੇਂਸਟ ਕੁਝ ਐਸੀਆਂ ਹਰਕਤਾਂ ਕਰਦੇ ਰਹੇ, ਜਿਹਦੇ ਕਰਕੇ 2014 ਦੇ ਵਿੱਚ ਇਹਨਾਂ ਨੂੰ ਫਿਰ ਦੁਬਾਰਾ ਇੱਕ ਮਤਾ ਪਾ ਕੇ ਡਿਸਮੈਂਬਰ ਕੀਤਾ। ਸੋ ਜਦੋਂ ਮੈਂ ਪ੍ਰੈਜ਼ੀਡੈਂਟ ਸੀਗਾ ਤਾਂ ਮੈਂ ਇਹਨੂੰ ਡਿਸਮੈਂਬਰ ਨਹੀਂ ਕੀਤਾ। ਇਹ ਆਲਰੇਡੀ 2012 ਤੋਂ ਹੀ ਪਹਿਲਾਂ ਤੋਂ ਡਿਸਮੈਂਬਰ ਸੀ। ਸੋ ਜਿਹੜਾ ਬੰਦਾ ਡਿਸਮੈਂਬਰ ਹੋਵੇ ਉਹ ਬਾਹਰ ਦਾ ਮੈਂਬਰ ਹੈ ਹੀ ਨਹੀਂ, ਤਾਂ ਉਹ ਨਾ ਤਾਂ ਉਹ ਚੈਂਬਰ ਲੈਣ ਦਾ ਹੱਕਦਾਰ ਹੈ ਤੇ ਨਾ ਉਹ ਵੋਟ ਪਾਉਣ ਦਾ ਹੱਕਦਾਰ ਹੈ। ਮੈਂਬਰਸ਼ਿਪ ਜਮ੍ਹਾਂ ਕਰਾ ਰਹੀ ਸੀ, ਪੈਸੇ ਜਮ੍ਹਾਂ ਕਰਾ ਰਹੀ ਸੀ? ਦੇਖੋ ਮੇਰੇ ਟੈਨਿਓਰ ਦੇ ਦੌਰਾਨ ਨਹੀਂ ਹੋਏ, ਕਿਉਂਕਿ ਮੈਂ ਆਪਣੇ ਟੈਨਿਓਰ ਦੇ ਦੌਰਾਨ ਕੋਈ ਪੈਸਾ ਨਹੀਂ ਜਮ੍ਹਾਂ ਕਰਵਾਇਆ। ਮੇਰੇ ਤੋਂ ਅਗਰ ਕਿਸੇ ਨੇ ਜਮ੍ਹਾਂ ਕਰਵਾ ਵੀ ਦਿੱਤੇ ਹੋਣ ਤਾਂ ਪੈਸੇ ਜਮ੍ਹਾਂ ਕਰਾਉਣ ਦੇ ਨਾਲ ਕੋਈ ਬੰਦਾ ਮੈਂਬਰ ਨਹੀਂ ਬਣ ਜਾਂਦਾ, ਕਿਉਂਕਿ ਉਹ ਧੋਖੇ ਨਾਲ ਕਰਵਾਇਆ। ਜਦੋਂ ਪਹਿਲਾਂ ਇੱਕ ਮਤਾ ਪੈ ਗਿਆ ਕਿ ਇਹ ਡਿਸਮੈਂਬਰ ਹੈ ਤਾਂ ਪੈਸੇ ਜਮ੍ਹਾਂ ਕਰਾਉਣ ਦੇ ਨਾਲ ਕੋਈ ਬੰਦਾ ਮੈਂਬਰ ਨਹੀਂ ਬਣ ਜਾਂਦਾ।
ਵੋਟਾਂ ਵੀ ਪਾਈਆਂ ਸੀ ਮੈਂ ਵੋਟਰ ਜਿਹੜੀ ਆ ਫੋਟੋ ਵੀ ਦਿਖਾਉਂਦੀ ਹੈਗੀ ਆ ਅਗਰ ਦੇਖੋ ਮੈਨੂੰ ਪਰਸਨਲ ਨੌਲੇਜ ਤਾਂ ਹੈ ਨਹੀਂ ਕਿਉਂਕਿ ਦੇਖੋ ਮੈਂ ਜੋ ਵੀ ਉਸ ਟਾਈਮ ਡਿਸੀਜਨ ਲਏ ਉਹ ਐਜ਼ ਪ੍ਰੈਜ਼ੀਡੈਂਟ ਲਏ ਮੇਰਾ ਪਰਸਨਲ ਕੋਈ ਝਗੜਾ ਨਹੀਂ ਹੈ ਨਾ ਇਹ ਮੈਡਮ ਦੇ ਨਾਲ ਮੇਰਾ ਕੋਈ ਪਰਸਨਲ ਝਗੜਾ ਨਾ ਅਦਰਵਾਈਜ਼ ਮੇਰਾ ਕੋਈ ਝਗੜਾ ਜੋ ਡਿਸੀਜਨ ਸੀਗੇ ਮੈਂ ਐਜ਼ ਪਰ ਰੂਲਸ ਐਜ਼ ਪਰ ਰਿਕਾਰਡ ਬਾਰ ਦਾ ਦੇਖ ਕੇ ਉਹਦੇ ਮੁਤਾਬਕ ਲੈ ਗਏ ਜੇ ਅਗਰ ਕੋਈ ਇਹਨਾਂ ਨੇ ਕੋਈ ਵੋਟ ਪਾਈ ਹੈ ਮੇਰੀ ਕੋਈ ਨੌਲੇਜ ਦੇ ਵਿੱਚ ਨਹੀਂ ਹੈ ਕਿ ਇਹਨਾਂ ਨੇ ਪਾਈ ਹੈ ਬਟ ਅਗਰ ਕੋਈ ਪਾਈ ਵੀ ਹੋਵੇ ਤਾਂ ਉਹ ਗਲਤ ਹੈ ਉਹ ਕਿਉਂਕਿ ਇਹ ਹੱਕਦਾਰ ਨਹੀਂ ਜਿਨ੍ਹਾਂ 'ਚ ਹਾਂ ਇਹ ਮੈਂਬਰਸ਼ਿਪ ਦੁਬਾਰਾ ਲੈ ਲੈਣ ਮੈਂਬਰਸ ਨੂੰ ਲੈ ਕੇ ਕਿਉਂਕਿ ਸਾਰੇ ਜਿਹੜੇ ਮੈਂਬਰਸ ਨੇ ਇਹਨਾਂ ਦੇ ਅਗੇਂਸਟ ਨੇ ਮੈਡਮ ਦੇ ਬਾਹਰ ਦੇ ਸਾਰੇ ਆਲਮੋਸਟ ਸਾਰੇ ਮੈਂਬਰ ਇਹਨਾਂ ਦੇ ਅਗੇਂਸਟ ਨੇ ਪਰ ਇਹ ਮੈਂਬਰਸ ਨੂੰ ਆਪਣੇ ਫੇਵਰ 'ਚ ਕਰ ਲੈਣ ਤਾਂ ਮੈਨੂੰ ਇਹਦੇ 'ਚ ਕੋਈ ਮੇਰੇ ਨਾਲ पर्सनल कोई झगड़ा नहीं है। देखिए गुरकृपाल जी ने बताया जो एक्स प्रेसिडेंट थे कि मेरा उनसे कोई पर्सनल रंजिश नहीं है बाकी टेम्परिंग या जो कुछ हुई है 2012 में या उसके बाद हुई है कहते वो उस समय के जो लोग थे उन्होंने की है तो बाकी इनके टन्योर में जो इनकी कमेटी थी उन्होंने की है कहती एज ए मैं प्रेसिडेंट जो भी मेरे पास सपोर्ट आती थी उसी के ऊपर मैंने काम किया। एक गल मैं ਤੁਹਾਨੂੰ ਕਲੀਅਰ ਕਰਨੀ ਚਾਹੁੰਦਾ ਕਿ ਕੋਈ ਟੈਂਪਰਿੰਗ ਨਹੀਂ ਹੋਈ ਕਿਸੇ ਵੀ ਰਿਕਾਰਡ ਦੇ ਵਿੱਚ ਕੋਈ ਟੈਂਪਰਿੰਗ ਨਹੀਂ ਆ ਉਹ ਸਹੀ ਮਤੇ ਪਾਏ ਹੋਏ ਨੇ 2012 ਦੇ ਵਿੱਚ ਸਹੀ ਮਤਾ ਪਾਇਆ ਹੋਇਆ ਜਿਹੜੇ ਇਹਦੇ ਵੋਟਰ ਦੇ ਵਿੱਚ ਕਿਤੇ ਨਾਮ ਹੈਗਾ ਕਿਤੇ ਨਹੀਂ ਆ ਉਹ ਕੋਈ ਵੀ ਟੈਂਪਰਿੰਗ ਨਹੀਂ ਆ ਬਾਹਰ ਦਾ ਰਿਕਾर्ड बिल्कुल ठीक है। बस ठीक है सर आप सभी देख रहे हैं मैडम ने क्या कहा गुरकृपाल जी ने कि जिनके ऊपर ये दोष लगाया जा रहा है बाकी जो फैसला होगा जो कोर्ट में वो होती है मैडम बता रहे हैं कि 2 कोर्ट में केस चल रहा है मेरा तो वहाँ पर जो फैसला होगा गुरकृपाल जी ने कहा मेरा उससे कोई लेना देना नहीं है। धन्यवाद सर जिद्दां तुसीं दस्सिया मैनूं ते जिद्दां मैडम ने दस्सिया तुसीं देख लो बाकी नਵੇਂ वकील बनना चाहते हो भी देखी जान ताकि तुहानूं थोड़ा पता लगे ਜਿਹੜੀ ਬਾਰ ਕੌਂਸਲ ਹੈਗੀ ਆ ਵੀ ਤੁਸੀਂ ਵਕੀਲ ਬਣ ਕੇ ਕਿਹੋ ਜਿਹੇ ਜਾਣੀ ਕਿ ਦੌਰ ਦੇ ਵਿੱਚੋਂ ਗੁਜ਼ਰਨਾ ਹੈਗਾ ਵਾ। ਧੰਨਵਾਦ ਗੁਰਪਾਲ ਜੀ। ਥੈਂਕ ਯੂ।